ਪ੍ਰਥਮ ਭਗਉਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ, ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਸੁਕਾਓ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਦੀ ਕਟੀ। ਤੁਧ ਡਿਠੇ ਸੱਚੇ ਪਾਤਸ਼ਾਹੋ, ਮਲ ਜਨਮ ਦੀ ਕਟੀ ਹੈ। ਪਤਿਤ ਉਦਾਰਨ ਪੈ ਹਰਨ, ਹਰਿ ਅਨਾਥ ਕੇ ਨਾਥ। ਕਹੋ ਨਾਨਕ ਤਹਿ ਜਾਣੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ, ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਆਪ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਸਰਵਨ ਕੀਤੀਆਂ ਹਨ। ਮਿਲਿਆ ਹੋਇਆ ਇਹ ਮਨੁੱਖਾ ਜਨਮ ਦਾ ਸਮਾਂ ਆਪ ਸੰਗਤਾਂ ਨੇ ਸਫਲਾ ਬਣਾਇਆ ਹੈ। ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਸ਼ਹੀਦੀ ਦਿਹਾੜੇ ਆਪਾਂ ਨੂੰ ਪ੍ਰਾਪਤ ਹੋ ਰਹੇ ਹਨ। ਇਸ ਦੇ ਸੰਬੰਧ ਵਿੱਚ ਸਤਿਗੁਰਾਂ ਦੀ ਜੋ ਗੁਰਬਾਣੀ 9ਵੇਂ ਮਹੱਲੇ ਦੇ ਸ਼ਲੋਕ ਹਨ, ਤਿੰਨਾਂ ਦੀ ਵਿਚਾਰ ਆਪਾਂ ਰਾਤ ਦੇ ਦੀਵਾਨਾਂ ਅੰਦਰ ਸਰਵਨ ਕਰ ਰਹੇ ਹਾਂ। ਨਾਲ ਨਾਲ ਜੋ ਸਤਿਗੁਰਾਂ ਦਾ ਇਤਿਹਾਸ ਹੈ, ਗੁਰੂ ਪਾਤਸ਼ਾਹ ਦੀ ਜੀਵਨੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਇਤਿਹਾਸ ਵੀ ਮਹਾਰਾਜ ਦਾ ਨਾਲ ਸਰਵਨ ਕਰ ਰਹੇ ਹਾਂ। ਪਿਛਲੇ ਦੀਵਾਨ ਅੰਦਰ ਆਪਾਂ ਇਹ ਬਚਨ ਸਰਵਨ ਕੀਤੇ ਸਨ ਕਿ ਭਾਈ ਮੱਖਣ ਸ਼ਾਹ ਲੁਬਾਣਾ ਨੇ ਆ ਕੇ ਸਤਿਗੁਰਾਂ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਪ੍ਰਗਟ ਕੀਤਾ। ਭਾਈ ਮੱਖਣ ਸ਼ਾਹ ਜੀ ਇੱਕ ਦਿਨ ਕਹਿਣ ਲੱਗੇ, ਸਤਿਗੁਰੂ ਮਨ ਕਰਦਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਦਰਸ਼ਨ ਕਰਨ ਦਾ ਮੇਰਾ ਵਿਚਾਰ ਹੈ। ਇਸ ਵਾਰੀ ਮੈਂ ਸਿੱਧਾ ਤੁਹਾਡੇ ਕੋਲ ਆਇਆ ਹਾਂ, ਦਰਸ਼ਨ ਨਹੀਂ ਕੀਤੇ ਹਨ, ਮੇਰਾ ਦਰਸ਼ਨ ਕਰਨ ਦਾ ਵਿਚਾਰ ਹੈ। ਜਦੋਂ ਭਾਈ ਮੱਖਣ ਸ਼ਾਹ ਨੇ ਬੇਨਤੀ ਕੀਤੀ, ਸਤਿਗੁਰੂ ਕਹਿਣ ਲੱਗੇ, ਮੱਖਣ ਸ਼ਾਹ ਅਸੀਂ ਵੀ ਤੇਰੇ ਨਾਲ ਹੀ ਚੱਲਦੇ ਹਾਂ, ਆਪਣੇ ਵੱਡੇ ਸਤਿਗੁਰਾਂ ਦੇ ਔਰ ਆਪਣੇ ਜਨਮ ਸਥਾਨ ਦੇ ਦਰਸ਼ਨ ਕਰਾਂਗੇ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਵੀ ਅੰਮ੍ਰਿਤਸਰ ਦੀ ਧਰਤੀ 'ਤੇ ਹੋਇਆ। ਜਿਸ ਵੇਲੇ ਸਤਿਗੁਰੂ ਜੀ ਮੱਖਣ ਸ਼ਾਹ ਲੁਬਾਣੇ ਦੇ ਨਾਲ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਜਿਹੜੀ ਸੇਵਾ ਹੈ, ਉਸ ਵੇਲੇ ਜਿਹੜੇ ਮਸੰਦ ਸਨ ਉਹਨਾਂ ਦੇ ਕੋਲ ਹੈ। ਮਸੰਦਾਂ ਦੇ ਮਨ ਵਿੱਚ ਡਰ ਪੈਦਾ ਹੋਇਆ, ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਰਬਾਰ ਸਾਹਿਬ ਦੇ ਅੰਦਰ ਬੈਠ ਗਏ,
ਇਹ ਜਿੰਨੀਆਂ ਸੰਗਤਾਂ ਆਉਂਦੀਆਂ, ਚੜ੍ਹਾਵੇ ਆਉਂਦੇ, ਮਾਇਆ ਆਉਂਦੀ, ਇਹ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆਉਣ ਲੱਗ ਪਿਆ ਅਤੇ ਸਾਡਾ ਜਿਹੜਾ ਗੁਜ਼ਾਰਾ ਕਿਵੇਂ ਹੋਵੇਗਾ, ਨਿਰਬਾਹ ਕਿਵੇਂ ਚੱਲੇਗਾ। ਐਸੀ ਈਰਖਾ ਮਨ ਵਿੱਚ ਰੱਖ ਕੇ ਇਹਨਾਂ ਨੇ ਦਰਸ਼ਨੀ ਡਿਊਟੀ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਤਾਂ ਕਿ ਸਤਿਗੁਰੂ ਅੰਦਰ ਹੀ ਨਾ ਜਾਣ, ਅੰਦਰ ਬੈਠ ਹੀ ਨਾ ਸਕਣ ਅਤੇ ਇਹ ਸਾਡੇ ਕੋਲ ਕਬਜ਼ਾ ਰਵੇ, ਅਸੀਂ ਇੱਥੋਂ ਦੇ ਮਹੰਤ ਰਹੀਏ ਬਣ ਕੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੇਖਿਆ ਦਰਸ਼ਨੀ ਡਿਊਟੀ ਦਾ ਦਰਵਾਜ਼ਾ ਬੰਦ ਹੈ, ਸਤਿਗੁਰਾਂ ਨੇ ਉੱਥੋਂ ਹੀ ਮੱਥਾ ਟੇਕਿਆ ਅਤੇ ਗੁਰਦੁਆਰਾ ਥੜਾ ਸਾਹਿਬ ਬਣਿਆ ਹੈ ਬਿਲਕੁਲ ਅਕਾਲ ਤਖਤ ਸਾਹਿਬ ਦੇ ਨੇੜੇ। ਇੱਥੇ ਮਹਾਰਾਜ ਜੀ ਕੁਝ ਸਮੇਂ ਵਾਸਤੇ ਥੜੇ ਦੇ ਉੱਪਰ ਬੈਠੇ, ਸੰਗਤਾਂ ਦਰਸ਼ਨ ਕਰਦੀਆਂ। ਮੱਖਣ ਸ਼ਾਹ ਲੁਬਾਣਾ ਜੀ ਆ ਗਿਆ। ਮਹਾਰਾਜ ਕਹਿਣ ਲੱਗੇ, ਮੱਖਣ ਸ਼ਾਹ ਅਸੀਂ ਹੁਣ ਇੱਥੋਂ ਚੱਲੇ ਹਾਂ, ਤੁਸੀਂ ਜਾ ਕੇ ਦਰਬਾਰ ਦੇ ਦਰਸ਼ਨ ਕਰ ਲਵੋ, ਕੜਾਹ ਪ੍ਰਸ਼ਾਦੀ ਦੇ ਕਰਵਾਓ। ਭਾਈ ਮੱਖਣ ਸ਼ਾਹ ਲੁਬਾਣਾ ਬਚਨ ਮੰਨ ਕੇ ਦਰਬਾਰ ਦੇ ਦਰਸ਼ਨ ਕੀਤੇ। ਸਤਿਗੁਰੂ ਪਾਤਸ਼ਾਹ ਜੀ ਕੁਝ ਸਮਾਂ ਥੜਾ ਸਾਹਿਬ ਦੇ ਸਥਾਨ 'ਤੇ ਬੈਠੇ ਨੇ। ਆਪ ਸੰਗਤਾਂ ਅੱਜ ਵੀ ਦਰਸ਼ਨ ਕਰਦੇ ਹੋ। ਇੱਥੋਂ ਬੈਠ ਕੇ ਫਿਰ ਮਹਾਰਾਜ ਜੀ ਥੋੜ੍ਹਾ ਜਿਹਾ ਬਾਹਰ ਨੂੰ ਆ ਗਿਆ। ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ। ਕੁਝ ਸਮਾਂ ਇੱਥੇ ਮਹਾਰਾਜ ਨੇ ਦਮ ਲਿਆ। ਇੱਥੋਂ ਉੱਠ ਕੇ ਫਿਰ ਮਹਾਰਾਜ ਜੀ ਗੁਰਦੁਆਰਾ ਕੋਠਾ ਸਾਹਿਬ ਬਣਿਆ ਮਹਾਰਾਜ ਦੀ ਯਾਦ ਵਿੱਚ, ਇੱਥੇ ਆ ਕੇ ਬੈਠੇ। ਜਦੋਂ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ, ਬੀਬੀਆਂ ਨੂੰ ਪਤਾ ਲੱਗਾ ਵੀ ਦੀਨ ਦੁਨੀਆ ਦੇ ਮਾਲਕ ਆਏ ਸਨ ਅਤੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ, ਘਰ ਦੇ ਵਿੱਚ ਭੋਜਨ ਪ੍ਰਸ਼ਾਦੇ ਬਣਾ ਕੇ ਬੀਬੀਆਂ ਵਾਹੋ ਦੌੜੀ ਛੇਤੀ ਦੇ ਨਾਲ ਉਸ ਜਗ੍ਹਾ ਦੇ ਉੱਪਰ ਆ ਕੇ ਪਹੁੰਚੇ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਠਾ ਸਾਹਿਬ ਦੇ ਸਥਾਨ 'ਤੇ ਬਿਰਾਜਮਾਨ। ਮੱਥਾ ਟੇਕਿਆ। ਉਸ ਵੇਲੇ ਆਖਿਆ, ਸਤਿਗੁਰੂ ਪਾਤਸ਼ਾਹ ਵੱਡੇ ਭਾਗ ਆਪ ਜੀਆਂ ਨੇ ਦਰਸ਼ਨ ਦਿੱਤੇ। ਸਤਿਗੁਰੂ ਮਸੰਦਾਂ ਨੇ ਦਰਵਾਜ਼ੇ ਬੰਦ ਕੀਤੇ, ਪਰ ਸੰਗਤਾਂ ਤੁਹਾਡੇ ਪਿਆਰ ਦੀਆਂ ਅੱਜ ਵੀ ਭੁੱਖੀਆਂ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ, ਮਾਈਆਂ ਰੱਬ ਰਜਾਈਆਂ। ਇਹ ਬਚਨ ਉੱਥੇ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੇ। ਇੱਧਰੋਂ ਮੱਖਣ ਸ਼ਾਹ ਨੇ ਮਸੰਦਾਂ ਨੂੰ ਸਮਝਾਇਆ, ਉਹ ਮਸੰਦੋ ਤੁਸੀਂ ਬੜਾ ਵੱਡਾ ਪਾਪ ਕੀਤਾ, ਮਾਲਕ ਆਏ ਸਨ, ਤੁਸੀਂ ਦਰਵਾਜ਼ੇ ਬੰਦ ਕਰ ਲਏ। ਇਹ ਤਾਂ ਨਿਰਭਉ ਅਤੇ ਨਿਰਵੈਰ ਨੇ, ਪਦਾਰਥਾਂ ਦੀ ਕੋਈ ਖਾਹਿਸ਼ ਨਹੀਂ, ਇੱਛਾ ਹੀ ਨਹੀਂ ਹੈ, ਕੇਵਲ ਦਰਸ਼ਨ ਕਰਨ ਵਾਸਤੇ ਆਏ। ਤੁਸੀਂ ਇਹ ਕੰਮ ਕਿਉਂ ਕੀਤਾ ਹੈ? ਮਸੰਦਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਕੁਝ ਭਟਾਵਾਂ ਨਾਲ ਲਈਆਂ ਅਤੇ ਚੱਲ ਪਏ। ਸਤਿਗੁਰਾਂ ਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਕਹਿਣ ਲੱਗੇ, ਮਹਾਰਾਜ ਸਾਡੇ ਕੋਲੋਂ ਭਾਰੀ ਗੁਨਾਹ ਹੋ ਗਿਆ ਹੈ, ਗਲਤੀ ਹੋ ਗਈ ਹੈ, ਆਪ ਮਾफ़ ਕਰੋ। ਸਤਿਗੁਰੂ ਪਾਤਸ਼ਾਹ ਸਾਡੇ ਕੋਲੋਂ ਗਲਤੀ ਹੋਈ ਹੈ, ਅਸੀਂ ਤੁਹਾਨੂੰ ਵੇਖ ਕੇ ਦਰਵਾਜ਼ੇ ਬੰਦ ਕੀਤੇ। ਮਹਾਰਾਜ ਕਹਿਣ ਲੱਗੇ, ਗਲਤੀ ਕੀਤੀ ਕਿਉਂ ਹੈ? ਕਰਦਿਆਂ ਕਰਦਿਆਂ ਇਹਨਾਂ ਨੇ ਬਚਨ ਕਹਿ ਦਿੱਤਾ। ਕਹਿਣ ਲੱਗੇ, ਮਹਾਰਾਜ ਅਸੀਂ ਅੰਮ੍ਰਿਤਸਰੀਏ ਜੂ ਹੋਏ। ਆਪਣੇ ਆਪ ਨੂੰ ਥੋੜ੍ਹਾ ਜਿਹਾ ਵਡਿਆਇਆ ਵੀ ਅਸੀਂ ਅੰਮ੍ਰਿਤਸਰੀਏ ਹਾਂ, ਕੁਝ ਵੀ ਕਰ ਸਕਦੇ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਸੁਣਿਆ। ਮਹਾਰਾਜ ਨੇ ਫਿਰ ਬਚਨ ਆਖਿਆ। ਕਹਿਣ ਲੱਗੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਇਹ ਬਚਨ ਆਖਿਆ। ਤੁਸੀਂ ਅੰਮ੍ਰਿਤਸਰ ਦੇ ਨਹੀਂ, ਤੁਸੀਂ ਤ੍ਰਿਸ਼ਨਾ ਦੀ ਅੱਗ ਦੇ ਸੜੇ ਹੋਏ ਮਸੰਦ ਹੋ। ਤੁਹਾਡੇ ਮਨ ਵਿੱਚ ਤ੍ਰਿਸ਼ਨਾ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨਾ ਕਿਤੇ ਅੰਦਰ ਬੈਠ ਜਾਣ, ਸਾਡੀ ਪੂਜਾ ਪ੍ਰਤਿਸ਼ਠਾ ਕਿਤੇ ਇਹ ਨਾ ਲੈ ਜਾਣ, ਸਾਡੇ ਚੜ੍ਹਾਵੇ ਕਿਤੇ ਮੁੱਕੀ ਨਾ ਜਾਣ, ਅਸੀਂ ਕਿਤੇ ਭੁੱਖੇ ਨਾ ਰਹਿਣ ਲੱਗ ਪਈਏ। ਇਹ ਤੁਹਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਤੁਸੀਂ ਤਾਂ ਇਹ ਕਰਮ ਕੀਤਾ ਹੈ। ਅਤੇ ਕਈ ਵਾਰ ਕੁਝ ਲੋਕ ਟਪਲਾ ਵੀ ਖਾ ਜਾਂਦੇ ਕਿ ਮਹਾਰਾਜ ਨੇ ਸਾਰੇ ਅੰਮ੍ਰਿਤਸਰ ਵਾਲਿਆਂ ਨੂੰ ਇਹ ਸ਼ਰਾਪ ਦਿੱਤਾ ਹੈ। ਨਹੀਂ, ਅੰਮ੍ਰਿਤਸਰ ਵਾਲਿਆਂ ਨੂੰ ਸ਼ਰਾਪ ਨਹੀਂ ਦਿੱਤਾ, ਮਸੰਦਾਂ ਦੀ ਗੱਲ ਕੀਤੀ ਹੈ। ਅੰਮ੍ਰਿਤਸਰ ਵਾਲਿਆਂ ਨੂੰ ਕਿਵੇਂ ਸ਼ਰਾਪ ਦੇ ਸਕਦੇ ਮਹਾਰਾਜ? ਕਿਉਂਕਿ ਗੁਰੂ ਤੇਗ ਬਹਾਦਰ ਤੇ ਖੁਦ ਅੰਮ੍ਰਿਤਸਰੀਏ ਨੇ, ਉਹਨਾਂ ਦਾ ਅਵਤਾਰ ਹੀ ਅੰਮ੍ਰਿਤਸਰ ਦੇ ਵਿੱਚ ਹੋਇਆ ਹੈ, ਆਪ ਵੀ ਉੱਥੋਂ ਦੇ ਰਹਿਣ ਵਾਲੇ। ਤਿੰਨਾਂ ਦੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਉੱਥੇ ਰਹੇ, ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਉੱਥੇ ਰਹੇ, ਉਹਨਾਂ ਦੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਉੱਥੇ ਰਹੇ, ਅਤੇ ਸਾਰੇ ਅੰਮ੍ਰਿਤਸਰੀਏ ਹੋਏ ਨੇ, ਇਸੇ ਧਰਤੀ ਨੂੰ ਭਾਗ ਲਾਉਂਦੇ ਰਹੇ। ਮਹਾਰਾਜ ਸਾਹਿਬ ਜੀਆਂ ਨੇ ਸਾਰੇ ਅੰਮ੍ਰਿਤਸਰ ਨੂੰ ਸ਼ਰਾਪ ਨਹੀਂ ਦਿੱਤਾ ਹੈ। ਇੱਥੇ ਬਚਨ ਆ ਗਿਆ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਮਸੰਦਾਂ ਨੂੰ ਆਖਿਆ, ਮਸੰਦੋ ਤੁਸੀਂ ਆਪਣੇ ਆਪ ਨੂੰ ਮਤਾ ਇਹ ਗੱਲ ਕਹੋ ਵੀ ਅਸੀਂ ਅੰਮ੍ਰਿਤਸਰ ਦੇ ਮਸੰਦ ਹਾਂ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਸੀਂ ਤ੍ਰਿਸ਼ਨਾ ਦੀ ਅੱਗ ਦੇ ਨਾਲ ਅੰਦਰੋਂ ਸੜੇ ਪਏ। ਇਹ ਤੁਸੀਂ ਭਾਰੀ ਗੁਨਾਹ ਕੀਤਾ, ਪਾਪ ਕੀਤਾ। ਕਈ ਵਾਰੀ ਕੁਝ ਗਲਤ ਗੱਲਾਂ ਜਿਹੜੀਆਂ ਨੇ ਉਹ ਪ੍ਰਚਾਰੀਆਂ ਜਾਂਦੀਆਂ, ਉਹ ਤੋਂ ਇੰਨਾ ਪ੍ਰਚਾਰ ਹੋ ਜਾਂਦਾ ਹੈ, ਉਹ ਗਲਤ ਗੱਲਾਂ ਵੀ ਕਈ ਵਾਰੀ ਸਹੀ ਲੱਗਣ ਲੱਗ ਪੈਂਦੀਆਂ ਅਤੇ ਫਿਰ ਦੁਬਿਧਾ ਪੈ ਜਾਂਦੀ ਪੰਥ ਦੇ ਵਿੱਚ, ਕੌਮ ਦੇ ਵਿੱਚ। ਸੋ ਐਸੇ ਕਈ ਬਚਨ ਜਿਹੜੇ ਸਨ ਉਹ ਹੋ ਜਾਇਆ ਕਰਦੇ। ਮਹਾਰਾਜ ਸਾਹਿਬ ਜੀ ਫਿਰ ਇੱਥੋਂ ਚੱਲ ਕੇ ਬਾਬਾ ਬਕਾਲਾ ਸਾਹਿਬ ਆ ਗਏ।
ਜਦੋਂ ਵੇਖਿਆ ਵੀ ਇੱਥੋਂ ਦੇ ਲੋਕ ਹੁਣ ਬਹੁਤੀ ਈਰਖਾ ਕਰਦੇ ਪਏ, ਪਾਤਸ਼ਾਹ ਕਹਿੰਦੇ ਚਲੋ ਭਾਈ ਇੱਥੋਂ ਚੱਲੀਏ। ਸਤਿਗੁਰੂ ਜੀ ਚੱਲ ਕੇ ਸਾਰਿਆਂ ਤੋਂ ਪਹਿਲਾਂ ਕੀਰਤਪੁਰ ਸਾਹਿਬ ਆਏ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀਆਂ ਦੀ ਮਾਤਾ ਜੀ ਦਾ ਨਾਮ ਹੈ ਮਾਤਾ ਕ੍ਰਿਸ਼ਨ ਕੌਰ ਜੀ। ਉਹਨਾਂ ਨੂੰ ਆ ਕੇ ਮਿਲੇ, ਨਮਸਕਾਰ ਕੀਤੀ, ਬਚਨ ਬਿਲਾਸ ਕੀਤੇ। ਕੁਝ ਸਮਾਂ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਕੇ ਗੁਰਮੁਖੋ ਫਿਰ ਇੱਥੋਂ 5-6 ਮੀਲ ਦੀ ਦੂਰੀ 'ਤੇ, ਜਿਸ ਨੂੰ ਆਪਾਂ ਅੱਜ ਆਨੰਦਪੁਰ ਸਾਹਿਬ ਆਖਦੇ ਹਾਂ, ਮਹਾਰਾਜ ਜੀਆਂ ਨੂੰ ਇਹ ਜਗ੍ਹਾ ਜਿਹੜੀ ਹੈ ਬੜੀ ਚੰਗੀ ਲੱਗੀ ਹੈ। ਇਹ ਜਗ੍ਹਾ ਉਸ ਵੇਲੇ ਕਹਿਲੂਰ ਰਿਆਸਤ ਵਿੱਚ ਹੈ, ਰਿਆਸਤਾਂ ਸਨ ਉਸ ਵੇਲੇ, ਅਤੇ ਕਹਿਲੂਰ ਰਿਆਸਤ ਦੀ ਇਹ ਜਗ੍ਹਾ ਹੈ ਜਿੱਥੇ ਆਨੰਦਪੁਰ ਸਾਹਿਬ ਸਜਿਆ ਹੈ। ਭੀਮ ਚੰਦ ਜੋ ਰਾਜਾ ਹੈ, ਇਹਦੇ ਪਿਤਾ ਦਾ ਨਾਮ ਸੀ ਗੁਰਮੁਖੋ ਉਸ ਵੇਲੇ ਦਲੀਪ ਚੰਦ ਰਾਜਾ। ਦਲੀਪ ਚੰਦ ਰਾਜੇ ਦੇ ਕੋਲੋਂ ਮਹਾਰਾਜ ਸਾਹਿਬ ਜੀਆਂ ਨੇ ਇਹ 5 ਮੀਲ ਮੁਰੱਬਾ ਜਿਹੜੀ ਜਗ੍ਹਾ ਹੈ ਨਾ, 1,57,000 ਰੁਪਈਏ ਦੀ ਪਾਤਸ਼ਾਹ ਨੇ ਉਸ ਵੇਲੇ ਖਰੀਦੀ ਹੈ। ਆਪ ਲਈ ਮਹਾਰਾਜ ਨੇ ਮੁੱਲ ਦੇ ਕੇ ਇਹ ਜਗ੍ਹਾ ਸਾਰੀ ਨੂੰ ਖਰੀਦਿਆ ਪੈਸੇ ਦੇ ਕੇ। ਇਸ ਜਗ੍ਹਾ ਨੂੰ ਮਾਖੋਵਾਲ ਵੀ ਕਿਹਾ ਜਾਂਦਾ। ਕਹਿੰਦੇ ਮਾਖੋ ਨਾਮ ਦਾ ਇੱਥੇ ਇੱਕ ਦੈਂਤ ਆ ਕੇ ਨਿਵਾਸ ਕਰਦਾ ਸੀ। ਜਿਸ ਵੇਲੇ ਸਤਿਗੁਰਾਂ ਨੇ ਗੋਇੰਦਵਾਲ ਨੂੰ ਵਸਾਇਆ ਨਾ ਗੁਰੂ ਅਮਰਦਾਸ ਪਾਤਸ਼ਾਹ ਨੇ, ਉਦੋਂ ਇਹ ਦੈਂਤ ਨਿਕਲ ਕੇ ਇਸ ਧਰਤੀ ਦੇ ਉੱਪਰ ਆਇਆ। ਸਤਿਗੁਰੂ ਜਦੋਂ ਤੇਗ ਬਹਾਦਰ ਪਾਤਸ਼ਾਹ ਆਨੰਦਪੁਰ ਸਾਹਿਬ ਆਏ, ਕਹਿਣ ਲੱਗਾ ਮਹਾਰਾਜ ਮੇਰਾ ਬੜੇ ਚਿਰ ਤੋਂ ਇੱਥੇ ਨਿਵਾਸ ਹੈ, ਇਹ ਸਾਰੀ ਜਿੰਨੀ ਜਗ੍ਹਾ ਉਜੜੀ ਪਈ ਹੈ, ਵਿਰਾਨ ਪਈ ਹੈ, ਸਾਰੀ ਵਿੱਚ ਮੈਂ ਨਿਵਾਸ ਕਰਦਾ, ਮੈਂ ਕਿਸੇ ਨੂੰ ਰਹਿਣ ਨਹੀਂ ਦਿੰਦਾ, ਪਰ ਆਪ ਇੱਥੇ ਆ ਕੇ ਬਰਾਜੇ ਹੋ, ਤੁਹਾਡੇ 'ਤੇ ਮੇਰਾ ਜ਼ੋਰ ਨਹੀਂ ਹੈ। ਮਹਾਰਾਜ ਮੈਂ ਹੁਣ ਕਿੱਥੇ ਜਾਵਾਂ, ਆਪ ਕਿਰਪਾ ਕਰੋ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਮਾਖੋ ਦੈਂ, ਅਤੇ ਇੱਥੇ ਹੁਣ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਦਾ ਨਿਵਾਸ ਹੋ ਗਿਆ। ਸੰਗਤਾਂ ਆਇਆ ਕਰਨਗੀਆਂ, ਕੀਰਤਨ ਕਥਾ ਦੇ ਪ੍ਰਵਾਹ ਚੱਲਿਆ ਕਰਨਗੇ, ਨਾਮ ਦੀਆਂ ਸ਼ਬਰਾਂ ਲੱਗੀਆਂ ਕਰਨਗੀਆਂ, ਹੁਣ ਤੂੰ ਇੱਥੇ ਨਹੀਂ ਰਹਿਣਾ ਹੈ। ਮਹਾਰਾਜ ਫਿਰ ਮੈਂ ਕਿੱਥੇ ਜਾਵਾਂ? ਪਾਤਸ਼ਾਹ ਕਹਿਣ ਲੱਗੇ ਜੇ ਤੂੰ ਜਾਣਾ ਹੈ ਤਾਂ ਜਾ ਫਿਰ ਸਰਹੰਦ ਚਲੇ ਜਾ। ਇੱਕ ਸਮਾਂ ਆਵੇਗਾ ਸਰਹੰਦ ਦੇ ਅੰਦਰ ਬਹੁਤ ਭਾਰੀ ਵੱਡਾ ਉਪਦਰਵ ਹੋਣਾ ਹੈ, ਬੜਾ ਵੱਡਾ ਪਾਪ ਹੋਣਾ ਹੈ, ਅਤੇ ਸਰਹੰਦ ਉਜੜ ਜਾਣੀ ਹੈ। ਤੇਰਾ ਵੀ ਪਰਿਵਾਰ ਉੱਥੇ ਆ ਕੇ, ਤੇਰੇ ਵਰਗੇ ਹੋਰ ਵੀ ਬਹੁਤੇ ਕਈ ਆ ਕੇ ਰਹਿਣਗੇ। ਗੁਰਮੁਖੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਬਹੁਤ ਸਮਾਂ ਬਾਅਦ ਵਿੱਚ ਹੋਈ ਹੈ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਸਮੇਂ ਨੂੰ ਪਹਿਲਾਂ ਹੀ ਕਹਿ ਦਿੱਤਾ, ਕਹਿੰਦੇ ਵੱਡਾ ਪਾਪ ਇਸ ਧਰਤੀ ਦੇ ਉੱਪਰ ਹੋਣਾ ਹੈ, ਇਹ ਨਗਰ ਨੂੰ ਉਜੜਨ ਦਾ ਸ਼ਰਾਪ ਮਿਲ ਜਾਣਾ ਹੈ, ਤੂੰ ਉੱਥੇ ਜਾ ਕੇ ਆਪਣਾ ਵਾਸਾ ਕਰ ਲੈ। ਮਾਖੋ ਦੈਂਤ ਨੇ ਮਹਾਰਾਜ ਦਾ ਬਚਨ ਮੰਨਿਆ, ਸਰਹੰਦ ਦੀ ਧਰਤੀ 'ਤੇ ਚਲਾ ਗਿਆ। ਸਤਿਗੁਰਾਂ ਨੇ ਸਮਾਂ ਲਾ ਕੇ ਇਸ ਨਗਰ ਨੂੰ ਵਸਾਇਆ, ਆਨੰਦਪੁਰ ਸਾਹਿਬ ਨੂੰ ਬੁਲਾਇਆ। ਜਦੋਂ ਮਹਾਰਾਜ ਜੀ ਨਗਰ ਵਸਾਉਂਦੇ ਪਏ, ਸੋਹਣੇ ਸੋਹਣੇ ਘਰ ਬਣਾਉਂਦੇ ਪਏ, ਇੱਕ ਮੁਸਲਮਾਨ ਪੀਰ ਲੰਘਦਾ ਪਿਆ ਕੋਲੋਂ ਆਪਣੇ ਚੇਲਿਆਂ ਦੇ ਨਾਲ। ਜਦੋਂ ਆਨੰਦਪੁਰ ਸਾਹਿਬ ਪੁੱਜਾ, ਸੋਹਣੇ ਸੋਹਣੇ ਮਕਾਨ ਬਣਦੇ ਵੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ ਜੀ ਇਹ ਕਿਹਨਾਂ ਨੇ ਸ਼ਹਿਰ ਵਸਾਇਆ? ਸਿੱਖਾਂ ਨੇ ਦੱਸਿਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਕਿਰਪਾ ਕਰਦਾ। ਜਦੋਂ ਬਚਨ ਸੁਣਿਆ, ਕਹਿਣ ਲੱਗਾ ਮੈਂ ਸੁਣਿਆ ਸੀ ਲੋਕਾਂ ਦੇ ਕੋਲੋਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਬੜੇ ਤਿਆਗੀ ਨੇ, ਵਿਰਾਗੀ ਨੇ, ਪਦਾਰਥਾਂ ਦਾ ਮੋਹ ਹੀ ਨਹੀਂ ਕਰਦੇ, ਉਹ ਤੇ ਆਪਣੇ ਘਰ ਦੇ ਪਦਾਰਥ ਵੀ ਦੂਜਿਆਂ ਨੂੰ ਕਹਿੰਦੇ ਲੈ ਜਾਓ ਭਾਈ, ਸਾਨੂੰ ਇਹ ਵੀ ਨਹੀਂ ਚਾਹੀਦੇ। ਇੰਨੇ ਤਿਆਗੀ ਜਿਨ੍ਹਾਂ ਨੂੰ ਮੈਂ ਸੁਣਿਆ ਹੈ, ਉਹ ਅੱਜ ਏਡੇ ਏਡੇ ਵਧੀਆ ਮਹਿਲ ਬਣਾ ਕੇ, ਘਰ ਬਣਾ ਕੇ ਇਸ ਸੰਸਾਰ ਦੇ ਪ੍ਰਪੰਚ ਦਾ ਵਸੇਬਾ ਕਰਦੇ ਪਏ। ਇਹ ਕੀ ਕਾਰਨ ਹੈ? ਮੈਂ ਇਹ ਕਾਰਨ ਜਾਣਨਾ ਚਾਹੁੰਦਾ ਹਾਂ। ਆਪਣੇ ਚੇਲਿਆਂ ਨੂੰ ਪੀਰ ਉੱਥੇ ਛੱਡ ਗਿਆ। ਕਹਿਣ ਲੱਗਾ ਮੈਂ ਅੱਗੇ ਕਿਸੇ ਕੰਮ ਚੱਲਿਆ, ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛਿਓ, ਜਿਹੜਾ ਸਾਧੂ ਹੋਇਆ ਕਰਦਾ, ਫਕੀਰ ਸੰਤ ਹੋਇਆ ਕਰਦਾ ਹੈ, ਉਹਨੂੰ ਮਹਿਲ ਮਾੜੀਆਂ ਘਰਾਂ ਦੀ ਜ਼ਰੂਰਤ ਨਹੀਂ ਪੈਂਦੀ, ਫਿਰ ਇਹ ਨਗਰ ਕਿਉਂ ਵਸਾਉਂਦੇ ਪਏ? ਮੈਂ ਵਾਪਸ ਆਵਾਂਗਾ ਅਤੇ ਇਸ ਗੱਲ ਦਾ ਉੱਤਰ ਲਵਾਂਗਾ। ਜਦੋਂ ਚੇਲਿਆਂ ਨੇ ਸਵਾਲ ਕੀਤਾ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ, ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ, ਤੁਹਾਡਾ ਪੀਰ ਆ ਲੈਣ ਦਿਓ, ਅਸੀਂ ਉਹਦੇ ਨਾਲ ਹੀ ਇਹ ਬਚਨ ਬਿਲਾਸ ਕਰਾਂਗੇ। ਸਮਾਂ ਪਾ ਕੇ ਪੀਰ ਚੱਲ ਕੇ ਆਇਆ। ਸਤਿਗੁਰੂ ਪਾਤਸ਼ਾਹ ਨੂੰ ਉਹੀ ਸਵਾਲ ਕੀਤਾ। ਕਹਿਣ ਲੱਗਾ ਮਹਾਰਾਜ ਆਪ ਤੇ ਤਿਆਗੀ ਵਿਰਾਗੀ ਹੋ, ਅਤੇ ਸਾਧੂ ਸੰਤਾਂ ਨੂੰ ਇਸ ਤਰ੍ਹਾਂ ਘਰਾਂ ਦੇ ਮੂੰਹਾਂ ਵਿੱਚ ਨਹੀਂ ਪੈਣਾ ਚਾਹੀਦਾ। ਆਪ ਇੰਨੇ ਸੋਹਣੇ ਘਰ ਬਣਾਉਂਦੇ ਪਏ, ਵਸੇਬਾ ਕਰਦੇ ਪਏ, ਇਹ ਕਾਰਨ ਕੀ ਹੈ? ਪਾਤਸ਼ਾਹ ਕਹਿਣ ਲੱਗੇ ਕਾਰਨ ਤੈਨੂੰ ਬਾਅਦ ਵਿੱਚ ਦੱਸਾਂਗੇ, ਸਾਡੇ ਕੋਲ ਇੱਥੇ ਰਾਤ ਰਹਿ, ਤੇਰਾ ਜਵਾਬ ਤੈਨੂੰ ਮਿਲੇਗਾ। ਇਤਿਹਾਸ ਵਿੱਚ ਬਚਨ ਆਉਂਦਾ ਹੈ, ਇਹ ਪੀਰ ਰਾਤ ਰਿਹਾ, ਰਾਤ ਨੂੰ ਸੁਪਨਾ ਵੇਖਦਾ ਹੈ, ਇੱਕ ਬਹੁਤ ਵਿਅਕਤੀ ਸੁੱਖਾਂ ਦੇ ਵਿੱਚ ਸਵਰਗ ਦੇ ਸੁੱਖ ਲੈਂਦਾ ਪਿਆ, ਸੁਪਨੇ ਵਿੱਚ ਵੇਖਿਆ। ਹੈਰਾਨ ਹੋ ਕੇ ਪੁੱਛਿਆ ਤੂੰ ਇੰਨੇ ਸੁੱਖ ਕਿਵੇਂ ਲੈਂਦਾ ਪਿਆ ਹੈ? ਅਤੇ ਉਸ ਵਿਅਕਤੀ ਨੇ ਆਪਣੀ ਹੱਡ ਬੀਤੀ ਕਥਾ ਸੁਣਾਈ। ਕਹਿਣ ਲੱਗਾ ਬਚਨ ਇਹ ਹੈ, ਪਿਛਲੇ ਜਨਮ ਦੇ ਵਿੱਚ ਮੈਨੂੰ ਸ਼ੇਰ ਦੀ ਜੂਨੀ ਪ੍ਰਾਪਤ ਹੋਈ। ਜਦੋਂ ਰਾਤ ਦਾ ਸਮਾਂ ਮੀਂਹ ਪੈਣ ਲੱਗ ਪਿਆ, ਮੈਂ ਸ਼ਿਕਾਰ ਕਰਨ ਵਾਸਤੇ ਕਿਤੇ ਬਾਹਰ ਨਿਕਲਿਆ। ਇੰਨੇ ਚਿਰ ਨੂੰ ਦੋ ਸਾਧੂ ਜੰਗਲ ਵਿੱਚ ਰਸਤਾ ਭੁੱਲ ਕੇ ਅਤੇ ਮੇਰੇ ਘੁਰਨੇ ਦੇ ਕੋਲ ਆ ਗਏ, ਜਿੱਥੇ ਮੈਂ ਨਿਵਾਸ ਕਰਦਾ।
ਉਹਨਾਂ ਨੇ ਵੇਖਿਆ ਬਾਕੀ ਜਗ੍ਹਾ 'ਤੇ ਮੀਂਹ ਪੈਂਦਾ ਪਿਆ, ਸ਼ੇਰ ਦੀ ਗੁਫਾ ਖਾਲੀ ਹੈ, ਚਲੋ ਇੱਥੇ ਆਪਣਾ ਸਮਾਂ ਬਤੀਤ ਕਰੀਏ। ਮੇਰੇ ਘਰ ਵਿੱਚ ਆ ਕੇ ਬੈਠ ਗਏ। ਮੈਂ ਜਦੋਂ ਬਾਹਰੋਂ ਸ਼ਿਕਾਰ ਕਰਕੇ ਵਾਪਸ ਆਇਆ, ਉਹਨਾਂ ਦੀਆਂ ਗੱਲਾਂ ਸੁਣੀਆਂ, ਮੇਰੇ ਮਨ ਵਿੱਚ ਇਹ ਗੱਲ ਆਈ ਵੀ ਜੇ ਮੈਂ ਆਪਣੇ ਘਰ ਦੇ ਕੋਲ ਗਿਆ, ਇਹ ਡਰ ਕੇ ਭੱਜ ਜਾਣਗੇ, ਸਾਰੀ ਰਾਤ ਬਿਪਤਾ ਵਿੱਚ ਰਹਿਣਗੇ। ਮੇਰੇ ਘਰ ਆਏ ਨੇ, ਮੇਰੇ ਮਹਿਮਾਨ ਨੇ, ਕਿਉਂ ਨਾ ਹੋਵੇ ਮੇਰੇ ਘਰ ਵਿੱਚ ਹੀ ਰਹਿਣ ਤੇ ਮੈਂ ਬਾਹਰ ਹੀ ਬੈਠਾ ਰਵਾਂ। ਮੈਂ ਬਾਹਰ ਬੈਠਾ ਰਿਹਾ। ਮੀਂਹ ਪੈਣ ਤੇ ਠੰਡ ਹੋਣ ਕਰਕੇ ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਰਾਤ ਨੂੰ ਮੇਰੇ ਪ੍ਰਾਣ ਨਿਕਲ ਗਿਆ, ਮੈਨੂੰ ਮੌਤ ਪ੍ਰਾਪਤ ਹੋ ਗਈ। ਪਰ ਘਰ ਆਏ ਸੰਤਾਂ ਨੂੰ ਮੈਂ ਡਰਾਇਆ ਨਹੀਂ, ਭਜਾਇਆ ਨਹੀਂ। ਮੇਰੇ ਘਰ ਆਏ ਨੇ, ਮੇਰੀ ਪਨਾਹ ਵਿੱਚ ਆਏ ਨੇ, ਐਸੇ ਖੁਸ਼ੀ ਦੇ ਵਿੱਚ, ਐਸੇ ਤਿਆਗ ਦੇ ਵਿੱਚ, ਐਸੀ ਸੇਵਾ ਦੀ ਭਾਵਨਾ ਦੇ ਵਿੱਚ ਮੈਂ ਸਰੀਰ ਛੱਡਿਆ। ਆ ਵੇਖ ਮੈਨੂੰ ਸੁਰਗਾਂ ਦੇ ਅਥਾਹ ਸੁੱਖ ਜਿਹੜੇ ਪ੍ਰਾਪਤ ਹੁੰਦੇ ਪਏ। ਜਦੋਂ ਸੁਪਨਾ ਵੇਖਿਆ ਪੀਰ ਨੇ, ਮਹਾਰਾਜ ਦੇ ਕੋਲ ਆਇਆ, ਸਤਿਗੁਰੂ ਕਹਿਣ ਲੱਗੇ, ਪੀਰ ਜੀ ਇਹ ਮਹੱਲ, ਇਹ ਘਰ ਅਸੀਂ ਆਪਣੇ ਵਾਸਤੇ ਨਹੀਂ ਬਣਾਉਂਦੇ ਪਏ, ਇਹ ਅਸੀਂ ਰਾਹਗੀਰਾਂ ਵਾਸਤੇ, ਸੰਗਤਾਂ ਵਾਸਤੇ ਬਣਾਉਂਦੇ ਪਏ ਆ। ਜੇ ਇੱਕ ਸ਼ੇਰ ਆਪਣਾ ਘੁਰਨਾ ਕਿਸੇ ਵਿਅਕਤੀ ਨੂੰ ਦਿੰਦਾ ਇੱਕ ਰਾਤ ਵਾਸਤੇ, ਉਹਨੂੰ ਇੰਨਾ ਭਾਰੀ ਸੁੱਖ ਮਿਲਦਾ ਪਿਆ। ਸਾਡੀਆਂ ਸੰਗਤਾਂ, ਸਾਡੇ ਸਿੱਖ ਐਸੇ ਤਰ੍ਹਾਂ ਹੀ ਲੋੜਵੰਦਾਂ ਦੀ ਸੇਵਾ ਜਦੋਂ ਕਰਨਗੇ, ਇਹ ਅਸੀਂ ਪੂਰਨੇ ਪਾਉਂਦੇ ਪਏ ਹਾਂ। ਉਹਨਾਂ ਨੂੰ ਸਮਝਾਉਂਦੇ ਪਏ ਹਾਂ, ਜੇ ਇਸ ਤਰ੍ਹਾਂ ਸੇਵਾ ਕਰਨਗੇ ਉਹ ਵੀ ਲੋਕ ਤੇ ਪਰਲੋਕ ਦੇ ਸੁੱਖ ਪ੍ਰਾਪਤ ਕਰਨਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਚਨ ਸੁਣ ਕੇ ਪੀਰ ਦਾ ਸ਼ੰਕਾ ਦੂਰ ਹੋਇਆ। ਸਤਿਗੁਰੂ ਕੁਝ ਸਮਾਂ ਇੱਥੇ ਰਹਿ। ਇੱਥੋਂ ਫਿਰ ਮਹਾਰਾਜ ਕਹਿਣ ਲੱਗੇ, ਚਲੋ ਭਾਈ ਯਾਤਰਾ ਨੂੰ ਚੱਲੀਏ। ਯਾਤਰਾ ਨੂੰ ਚੱਲਣ ਵਾਸਤੇ ਬੇਅੰਤ ਸੰਗਤਾਂ ਨਾਲ ਲੈ ਲਈਆਂ। ਕਈਆਂ ਪਿੰਡਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਮਹਾਰਾਜ ਮੌੜ ਮੰਡੀ ਜਿਹੜੀ ਹੈ ਨਾ, ਉੱਥੇ ਪਹੁੰਚੇ। ਮਹਾਰਾਜ ਦਾ ਸਥਾਨ ਬਣਿਆ ਹੋਇਆ। ਮੌੜ ਮੰਡੀ ਤੋਂ ਹੁੰਦਿਆਂ ਪਾਤਸ਼ਾਹ ਜੀ ਫਿਰ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ। ਉੱਥੇ ਵੀ ਮਹਾਰਾਜ ਸਾਹਿਬ ਜੀ ਦਾ ਸਥਾਨ ਬਣਿਆ ਹੋਇਆ। ਦਮਦਮਾ ਸਾਹਿਬ ਤੋਂ ਹੁੰਦਿਆਂ ਹੋਇਆਂ ਫਿਰ ਮਹਾਰਾਜ ਜੀ ਧਮਧਾਨ ਸਾਹਿਬ ਪਹੁੰਚੇ। ਹਰਿਆਣੇ ਦੇ ਅੰਦਰ ਗੁਰਦੁਆਰਾ ਬੜਾ ਸੁੰਦਰ ਬਣਿਆ ਹੋਇਆ। ਇੱਥੇ ਇੱਕ ਸਿੱਖ ਨੇ, ਭਾਈ ਮੀਹਾਂ ਜੀ ਜਿਨ੍ਹਾਂ ਦਾ ਨਾਮ ਹੈ, ਬੜੀ ਭਾਰੀ ਉਹਨਾਂ ਨੇ ਸੇਵਾ ਕੀਤੀ। ਲੰਗਰ ਦੇ ਵਾਸਤੇ ਗੁਰਮੁਖੋ ਭਰ ਭਰ ਕੇ ਗਾਗਰਾਂ ਪਾਣੀ ਦੀਆਂ ਲੈ ਕੇ ਆਉਣੀਆਂ। ਲੰਗਰ ਦੇ ਵਿੱਚ ਪ੍ਰਸ਼ਾਦਾ ਬਣਾਉਣ ਨੂੰ, ਸੰਗਤਾਂ ਦੇ ਇਸ਼ਨਾਨ ਵਾਸਤੇ ਇਸ ਤਰ੍ਹਾਂ ਜਲ ਦੀ ਸੇਵਾ ਕਰਦੇ ਰਹੇ। ਜਦੋਂ ਗਾਗਰਾਂ ਭਰ ਕੇ ਪਾਣੀ ਦੀਆਂ ਲਿਆਉਣੀਆਂ, ਪਾਣੀ ਸਿਰ ਵਿੱਚ ਪੈਂਦਾ ਰਹਿਣਾ। ਹੌਲੀ ਹੌਲੀ ਸਿਰ ਵਿੱਚ ਜ਼ਖਮ ਹੋ ਗਿਆ, ਅਤੇ ਜ਼ਖਮਾਂ ਦੇ ਵਿੱਚ ਉਸ ਵੇਲੇ ਗੁਰਮੁਖੋ ਕੀੜੇ ਚੱਲ ਗਏ, ਕਿਰਮ ਚੱਲ ਗਿਆ, ਜਿਹੜੇ ਸਿਰ ਨੂੰ ਖਾਣ ਲੱਗ ਪਏ। ਪਰ ਭਾਈ ਮੀਹਾਂ ਜੀ ਕੀੜਿਆਂ ਦੀ, ਕਿਰਮਾਂ ਦੀ ਕੋਈ ਪਰਵਾਹ ਨਹੀਂ ਹੈ, ਕੋਈ ਵਿਖਾਵਾ ਵੀ ਨਹੀਂ ਹੈ ਵੀ ਆਹ ਵੇਖੋ ਮੈਂ ਇੰਨੀ ਸੇਵਾ ਕੀਤੀ ਹੈ, ਮੇਰਾ ਤੇ ਸਿਰ ਗਲ ਗਿਆ, ਜ਼ਖਮ ਹੋ ਗਏ, ਮੈਨੂੰ ਤੇ ਕੀੜੇ ਖਾਂਦੇ ਪਏ। ਨਹੀਂ, ਐਸਾ ਵਿਖਾਵਾ ਨਹੀਂ, ਸੇਵਾ ਵਿੱਚ ਲੱਗੇ ਰਹਿੰਦੇ। ਇੱਕ ਦਿਨ ਭਾਈ ਮੀਹਾਂ ਜੀ ਪਾਣੀ ਲੈਣ ਵਾਸਤੇ ਜਾਂਦੇ ਪਏ। ਜਿਹੜਾ ਸਿਰ ਦੇ ਉੱਪਰ ਮੜਾਸਾ ਬੱਧਾ ਨਾ, ਬਿੰਨੂ ਬੱਧਾ, ਉਹ ਬਿੰਨੂ ਲੈਣ ਕਰਕੇ ਕੁਝ ਕੀੜੇ ਸਿਰ ਤੋਂ ਧਰਤੀ 'ਤੇ ਡਿੱਗ ਪਏ। ਭਾਈ ਮੀਆਂ ਜੀ ਦੀ ਨਜ਼ਰ ਪਈ ਹੈ, ਉਹ ਕੀੜੇ ਫਿਰ ਕਿਰਮ ਚੁੱਕ ਕੇ ਆਪਣੇ ਸਿਰ ਦੇ ਉੱਪਰ ਰੱਖ ਲਏ। ਮਾਤਾ ਨਾਨਕੀ ਜੀ ਨੇ ਵੇਖ ਲਿਆ ਹੈ ਸਾਰਾ ਕੁਝ, ਵੀ ਸਿੱਖ ਦੇ ਸਿਰ ਵਿੱਚ ਲੱਗਦਾ ਵੀ ਕਿਰਮ ਚੱਲ ਗਏ ਨੇ, ਉਹ ਡਿੱਗੇ ਨੇ, ਫਿਰ ਆਪਣੇ ਸਿਰ ਵਿੱਚ ਰੱਖ ਲਏ। ਮਾਤਾ ਜੀ ਨੇ ਪੁੱਛਿਆ ਸਿੱਖ ਨੂੰ ਬੁਲਾ ਕੇ, ਇਹ ਕੀ ਕਾਰਨ ਹੈ? ਕਹਿਣ ਲੱਗਾ, ਮਾਤਾ ਜੀ ਇਹਨਾਂ ਕਿਰਮਾਂ ਦਾ ਭੋਜਨ ਹੀ ਮਾਸ ਖਾਣਾ ਹੈ, ਇਹ ਮੇਰੇ ਸਿਰ ਦਾ ਮਾਸ ਖਾਂਦੇ ਤੇ ਜਿਉਂਦੇ ਪਏ ਨੇ, ਥੱਲੇ ਡਿੱਗਣਗੇ ਤੇ ਮਰ ਜਾਣਗੇ। ਮੇਰੇ ਕਰਕੇ ਨਾ ਮਰ ਜਾਣ, ਕਿਉਂਕਿ ਮਹਾਰਾਜ ਦਾ ਬਚਨ ਹੈ, ਜਨ ਪਾਰਿਓ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ। ਜਦੋਂ ਐਸੇ ਬਚਨ ਕੀਤੇ, ਮਾਤਾ ਨਾਨਕੀ ਜੀਆਂ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੱਸਿਆ। ਕਹਿਣ ਲੱਗੇ, ਪੁੱਤਰ ਸਤਿਗੁਰੂ, ਇਹ ਸਿੱਖ ਦੀ ਬੜੀ ਵੱਡੀ ਸੇਵਾ ਹੈ। ਸੇਵਾ ਕਰਦਿਆਂ ਸਿਰ ਦੇ ਵਿੱਚ ਕਿਰਮ ਪੈ ਗਿਆ, ਜ਼ਖਮ ਪੈ ਗਿਆ। ਸਤਿਗੁਰਾਂ ਨੇ ਬੁਲਾਇਆ ਭਾਈ ਮੀਹਾਂ ਜੀ ਨੂੰ ਆਪਣੇ ਕੋਲ। ਇਸ ਦੇ ਜ਼ਖਮ ਨੂੰ ਆਪ ਸਾਫ਼ ਕੀਤਾ ਮਹਾਰਾਜ ਸਾਹਿਬ ਜੀਆਂ ਨੇ। ਦਵਾਈ ਬੂਟੀ ਕਰਕੇ ਪਾਤਸ਼ਾਹ ਨੇ ਸਿਰ ਇਹਦਾ ਰਾਜੀ ਕੀਤਾ। ਬੜੇ ਖੁਸ਼ ਹੋਏ ਮਹਾਰਾਜ ਸਾਹਿਬ ਜੀ ਇਹਦੀ ਸੇਵਾ ਵੇਖ ਕੇ। ਉਸ ਵੇਲੇ ਮਹਾਰਾਜ ਨੇ ਬਲਦਾਂ ਦੀ ਜੋੜੀ ਇਸ ਨੂੰ ਬਖਸ਼ਿਸ਼ ਕੀਤੀ ਹੈ, ਆਪਣੇ ਕੋਲੋਂ ਇੱਕ ਝੰਡਾ ਬਖਸ਼ਿਸ਼ ਕੀਤਾ। ਇਸ ਤਰ੍ਹਾਂ ਦੀਆਂ ਦਾਤਾਂ ਦੇ ਨਾਲ ਮਹਾਰਾਜ ਨੇ ਭਾਈ ਮੀਹਾਂ ਜੀ ਨੂੰ ਉਸ ਜਗ੍ਹਾ ਦੇ ਉੱਪਰ ਨਿਵਾਜਿਆ ਹੈ। ਗੁਰਮੁਖੋ ਜਦੋਂ ਸਮਾਂ ਪਿਆ ਨਾ, ਸਾਖੀ ਅੱਗੇ ਚੱਲਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ, ਕਿਹੜਾ ਉਹ ਭਾਈ ਮੀਹਾਂ ਜਿਹਨੇ ਮਹਾਰਾਜ ਦੀਆਂ ਦਾਤਾਂ ਆਪਣੇ ਕੋਲ ਰੱਖੀਆਂ, ਲਿਆਓ ਸਾਡੀਆਂ ਦਾਤਾਂ ਸਾਨੂੰ ਵਾਪਸ ਦਿਓ। ਭਾਈ ਮੀਹਾਂ ਜੀ ਨੂੰ ਸੁਨੇਹਾ ਮਿਲਿਆ, ਉਸੇ ਵੇਲੇ ਦੌੜ ਪਿਆ ਸਭ ਕੁਝ ਲੈ ਕੇ। ਮਹਾਰਾਜ ਸਾਹਿਬ ਜੀਆਂ ਦੇ ਅੱਗੇ ਲਿਆ ਕੇ ਸਭ ਕੁਝ ਰੱਖਿਆ। ਕਹਿਣ ਲੱਗਾ, ਮਾਲਕ ਸਤਿਗੁਰੂ ਜੀ, ਦਿੱਤੀਆਂ ਵੀ ਆਪ ਜੀ ਨੇ, ਮੰਗੀਆਂ ਵੀ ਆਪ ਜੀ ਨੇ, ਮੇਰਾ ਤੇ ਕੁਝ ਵੀ ਨਹੀਂ ਹੈ। ਜੇ ਆਪ ਜੀ ਮੰਗਦੇ ਪਏ ਤੇ ਆ ਪਈਆਂ ਹੋਈਆਂ ਆਪ ਜੀ ਅੰਗੀਕਾਰ ਕਰ ਲਵੋ। ਮਹਾਰਾਜ ਦਾ ਤਿਆਗ ਵੇਖ ਕੇ, ਵਿਰਾਗ ਵੇਖ ਕੇ, ਭਾਵਨਾ ਵੇਖ ਕੇ ਬੜੇ ਖੁਸ਼ ਹੋਏ।
ਮਹਾਰਾਜ ਨੇ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ, ਆਪਣੇ ਕੋਲੋਂ ਘੋੜਾ ਤੇ ਨਗਾਰਾ ਵੀ ਬਖਸ਼ਿਸ਼ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਰ ਵੀ ਕਿਰਪਾ ਕਰਕੇ ਉਸ ਨੂੰ ਨਜ਼ਰੋ ਨਜ਼ਰੀ ਨਿਹਾਲ ਕਰ ਦਿੱਤਾ। ਸਤਿ ਸ਼੍ਰੀ ਅਕਾਲ। ਧਮਧਾਨ ਸਾਹਿਬ ਤੋਂ ਚੱਲ ਕੇ ਫਿਰ ਮਹਾਰਾਜ ਜੀ ਕੁਰਕਸ਼ੇਤਰ ਦੀ ਧਰਤੀ ਦੇ ਉੱਪਰ ਪਹੁੰਚੇ। ਇੱਥੇ ਮਹਾਰਾਜ ਸਾਹਿਬ ਜੀ ਕੁਝ ਸਮਾਂ ਰਹਿ, ਕੁਝ ਕੌਤਕ ਇੱਥੇ ਕੀਤੇ। ਇੱਥੋਂ ਚੱਲ ਕੇ ਫਿਰ ਮਹਾਰਾਜ ਸਾਹਿਬ ਜੀ ਉਸ ਵੇਲੇ ਪ੍ਰਾਗਰਾਜ ਨਾਮ ਦਾ ਸਥਾਨ ਹੈ, ਉਸ ਜਗ੍ਹਾ ਦੇ ਉੱਪਰ ਜਦੋਂ ਪਹੁੰਚੇ, ਬੜੀ ਸੋਹਣੀ ਜਗ੍ਹਾ ਵੇਖ ਕੇ, ਸੰਗਤਾਂ ਦਾ ਪਿਆਰ ਵੇਖ ਕੇ 6 ਮਹੀਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇੱਥੇ ਰਹੇ ਨੇ। ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਨੂੰ ਵੱਡੀ ਸੰਗਤ ਆਖਿਆ ਜਾਂਦਾ। ਇੱਥੇ ਮਹਾਰਾਜ ਟਿਕੇ ਹੋਏ। ਜਦੋਂ ਇੱਥੇ ਰਹਿੰਦਿਆਂ ਨੂੰ ਕੁਝ ਸਮਾਂ ਹੋਇਆ, ਇੱਕ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਇਕਾਂਤ ਵਿੱਚ ਇਕੱਲੇ ਬੈਠੇ ਹੋਏ। ਇੰਨੇ ਚਿਰ ਨੂੰ ਸਤਿਗੁਰਾਂ ਦੇ ਮਾਤਾ ਜੀ, ਮਾਤਾ ਨਾਨਕੀ ਜੀ ਚੱਲ ਕੇ ਕੋਲ ਆ ਗਏ। ਆਪਣੀ ਮਾਤਾ ਜੀ ਨੂੰ ਕੋਲ ਆਇਆ ਵੇਖ ਕੇ ਸਤਿਗੁਰੂ ਉੱਠ ਕੇ ਸਤਿਕਾਰ ਦੇ ਹਿੱਤ ਖੜੇ ਹੋਏ। ਉਸ ਵੇਲੇ ਮਾਤਾ ਜੀ ਕਹਿਣ ਲੱਗੇ, ਪੁੱਤਰ ਸਤਿਗੁਰੂ ਤੁਹਾਡੇ ਨਾਲ ਕੋਈ ਬਚਨ ਕਰਨਾ ਹੈ, ਅੱਜ ਤੁਹਾਨੂੰ ਇਕੱਲਿਆਂ ਨੂੰ ਵੇਖ ਕੇ ਅਸੀਂ ਤੁਹਾਡੇ ਕੋਲ ਆਏ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਸਾਨੂੰ ਸੁਨੇਹਾ ਭੇਜ ਦਿੰਦੇ, ਅਸੀਂ ਆਪ ਤੁਹਾਡੇ ਕੋਲ ਆ ਜਾਂਦੇ, ਆਪ ਜੀ ਨੇ ਇਹ ਖੇਚਲਾ ਕਿਉਂ ਕੀਤੀ ਹੈ। ਮਾਤਾ ਜੀ ਕਹਿਣ ਲੱਗੇ, ਪੁੱਤਰ ਜੀ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋ, ਤੁਹਾਡੀਆਂ ਹੋਰ ਵੀ ਬਹੁਤ ਜ਼ਿੰਮੇਵਾਰੀਆਂ, ਹਮੇਸ਼ਾ ਸੰਗਤ ਆਪ ਜੀ ਦੇ ਕੋਲ ਰਹਿੰਦੀ ਹੈ, ਸੋ ਅਸੀਂ ਆਪ ਚੱਲ ਕੇ ਆਉਣਾ ਹੀ ਤੁਹਾਡੇ ਕੋਲੋਂ ਠੀਕ ਸਮਝਿਆ ਹੈ। ਫਿਰ ਪਾਤਸ਼ਾਹ ਕਹਿਣ ਲੱਗੇ, ਕੀ ਤਮੰਨਾ ਹੈ, ਕੀ ਹੁਕਮ ਹੈ। ਮਾਤਾ ਜੀ ਕਹਿਣ ਲੱਗੇ, ਪੁੱਤਰ ਸਾਡਾ ਹੁਕਮ ਨਹੀਂ, ਅਸੀਂ ਤੇ ਇੱਕ ਬਚਨ ਚੇਤੇ ਕਰਾਉਣ ਆਏ ਹਾਂ। ਜਦੋਂ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੱਚਖੰਡ ਨੂੰ ਜਾਣ ਲੱਗੇ ਸਨ, ਅਤੇ ਉਸ ਵੇਲੇ ਅਸੀਂ ਬੇਨਤੀ ਕੀਤੀ ਸੀ ਵੀ ਸਤਿਗੁਰੂ ਸਾਨੂੰ ਵੀ ਨਾਲ ਹੀ ਲੈ ਚੱਲੋ, ਅਸੀਂ ਦੁਨੀਆ 'ਚ ਹੁਣ ਤੁਹਾਡੇ ਬਿਨਾਂ ਨਹੀਂ ਰਹਿਣਾ ਹੈ। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ, ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੈ ਜੀਵਨ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਚਨ ਸੁਣ ਕੇ ਆਖਿਆ ਸੀ, ਕਹਿਣ ਲੱਗੇ, ਨਹੀਂ ਨਾਨਕੀ ਜੀ, ਅਜੇ ਤੁਹਾਡਾ ਜਾਣ ਦਾ ਸਮਾਂ ਨਹੀਂ ਹੈ, ਅਜੇ ਤੁਸੀਂ ਦੁਨੀਆ ਵਿੱਚ ਰਹਿਣਾ ਹੈ, ਤੁਹਾਡੇ ਪੁੱਤਰ ਨੇ ਅਜੇ ਗੁਰਤਾ ਗੱਦੀ 'ਤੇ ਬੈਠਣਾ ਹੈ, ਉਸ ਤੋਂ ਬਾਅਦ ਵਿੱਚ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਵੇਗਾ, ਉਹਨੂੰ ਵੀ ਅਜੇ ਤੁਸੀਂ ਆਪਣੀ ਗੋਦੀ ਵਿੱਚ ਖਿਡਾਉਣਾ ਹੈ। ਇਹ ਸਾਰਾ ਕੁਝ ਤੁਸੀਂ ਦੁਨੀਆ ਦੇ ਵਿੱਚ ਅਜੇ ਵੇਖਣਾ ਹੈ। ਇਹ ਵੇਖਣ ਤੋਂ ਬਾਅਦ ਵਿੱਚ ਤੁਸੀਂ ਸਾਡੇ ਕੋਲ ਸੱਚਖੰਡ ਆ ਜਾਇਓ। ਇਹ ਬਚਨ ਤੁਹਾਡੇ ਪਿਤਾ ਸਤਿਗੁਰੂ ਦੇ ਨੇ, ਪਰ ਅੱਜ ਸਾਡੇ ਮਨ ਵਿੱਚ ਵਿਚਾਰ ਆਇਆ, ਅਸੀਂ ਸਰੀਰ ਕਰਕੇ ਬੜੇ ਬਜ਼ੁਰਗ ਹੋ ਗਏ ਹਾਂ, ਹੁਣ ਤੁਹਾਡੇ ਪਿਤਾ ਦਾ ਬਚਨ ਪੂਰਾ ਹੋਣਾ ਚਾਹੀਦਾ। ਅਸੀਂ ਅਜੇ ਤੱਕ ਪੋਤਰੇ ਦਾ ਦਰਸ਼ਨ ਨਹੀਂ ਕਰਿਆ ਹੈ, ਆਪ ਕਿਰਪਾ ਕਰੋ, ਕੋਈ ਐਸੀ ਵਿਧ ਬਣਾਓ ਕਿ ਪੋਤਰੇ ਦਾ ਦਰਸ਼ਨ ਹੋ ਜਾਵੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬਚਨ ਸੁਣ ਕੇ ਆਪਣੀ ਮਾਤਾ ਜੀ ਦੇ ਕਹਿਣ ਲੱਗੇ, ਮਾਤਾ ਜੀ ਗੁਰੂ ਨਾਨਕ ਦੀ ਬਾਣੀ ਵਿੱਚੋਂ ਸਾਰੀਆਂ ਹੀ ਦਾਤਾਂ ਪ੍ਰਾਪਤ ਹੁੰਦੀਆਂ। ਆਪਾਂ ਬਚਨ ਪੜ੍ਹਦੇ ਹਾਂ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ, ਸਾਰੇ ਹੀ ਪਦਾਰਥ ਗੁਰਬਾਣੀ ਚੋਂ ਮਿਲਦੇ, ਪਰ ਮਿਲਦੇ ਕਿਹਨੂੰ ਨੇ? ਗੁਰਬਾਣੀ ਕਹੈ ਸੇਵਕ ਜਨ ਮਨ। ਜੋ ਗੁਰਬਾਣੀ ਹੁਕਮ ਕਰਦੀ ਹੈ ਨਾ, ਸੇਵਕ ਉਸ ਨੂੰ ਮੰਨ ਲਵੇ, ਸਤ ਬਚਨ ਕਹਿ ਕੇ, ਤੇ ਗੁਰਬਾਣੀ ਸਾਰੇ ਪਦਾਰਥ ਦੇ ਦਿੰਦੀ ਹੈ। ਜੇ ਤੁਹਾਡੇ ਮਨ ਵਿੱਚ ਇੱਛਾ ਹੈ ਕਿ ਪੋਤਰੇ ਦਾ ਦਰਸ਼ਨ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਕਰਾਓ। ਮਾਤਾ ਜੀ ਸਾਰੀ ਗੁਰਬਾਣੀ ਦਾ ਅੱਖਰ ਅੱਖਰ ਆਪਣੇ ਕੰਨਾਂ ਦੇ ਨਾਲ ਸੁਣੋ। ਜਿਹੜੀਆਂ ਸੰਗਤਾਂ ਆਉਣ, ਜਿਹੜੇ ਸਿੱਖ ਬਾਣੀ ਪੜ੍ਹਨ, ਜਿਹੜੇ ਸਿੱਖ ਸੇਵਾ ਕਰਨ, ਉਹਨਾਂ ਨੂੰ ਪ੍ਰਸ਼ਾਦੇ ਦੀ ਹੱਥੀਂ ਸੇਵਾ ਆਪ ਕਰੋ। ਚੱਕੀ ਚਲਾ ਕੇ ਆਪ ਆਟਾ ਪੀਸ ਕੇ ਪ੍ਰਸ਼ਾਦੇ ਬਣਾਏ ਜਾਣ, ਆਪ ਸਬਜ਼ੀਆਂ ਭਾਜੀਆਂ ਬਣਾ ਕੇ ਸਾਰੀ ਸੇਵਾ ਕਰੋ। ਫਿਰ ਅਰਦਾਸ ਕਰੋ ਗੁਰੂ ਪਾਤਸ਼ਾਹ ਦੀ ਬਾਣੀ ਦੇ ਅੱਗੇ, ਜਿਹੜੀ ਵੀ ਤਮੰਨਾ ਇੱਛਾ ਹੋਵੇਗੀ ਨਾ, ਉਹ ਤੁਹਾਡੀ ਪੂਰੀ ਹੋ ਜਾਵੇਗੀ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਆਪ ਸਮਰੱਥ ਨੇ, ਜੋ ਚਾਹੁਣ ਉਹ ਕਰ ਸਕਦੇ, ਪਰ ਗੁਰਬਾਣੀ ਦੀ ਮਹਿਮਾ ਵੀ ਸਿੱਖਾਂ ਨੂੰ ਦੱਸਣੀ ਚਾਹੁੰਦੇ। ਮਾਤਾ ਜੀ ਨੇ ਬਚਨ ਮੰਨਿਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਪ੍ਰਕਾਸ਼ ਹੋਇਆ। ਮਹਾਰਾਜ ਨੇ ਬਾਣੀ ਪੜ੍ਹਨ ਵਾਲੇ ਸਿੰਘ ਜਿਹੜੇ ਸਨ, ਬਾਣੀ ਪੜ੍ਹਨੀ ਸ਼ੁਰੂ ਕੀਤੀ, ਆਰੰਭਤਾ ਕੀਤੀ ਹੈ। ਸੇਵਾਦਾਰ ਸੇਵਾ ਵਿੱਚ ਹਾਜ਼ਰ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਚੌਂਕੜਾ ਲੱਗਿਆ, ਸਿੱਖ ਬਾਣੀ ਪੜ੍ਹਦੇ ਪਏ, ਗੁਰੂ ਪਾਤਸ਼ਾਹ ਖੁਦ ਕੋਲ ਬੈਠ ਕੇ ਬਾਣੀ ਸੁਣਦੇ ਪਏ। ਗੁਰੂ ਕੇ ਸਿੱਖ ਬਾਣੀ ਪੜ੍ਹਨ ਵਾਲੇ ਪਾਠੀ ਸਿੰਘ ਵਜ਼ੀਰ ਸਿੰਘ ਤੇ 2 ਘੰਟੇ ਬਾਅਦ ਬਦਲ ਜਾਂਦੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਚੌਂਕੜਾ ਇੱਕ ਵਾਰੀ ਲੱਗਿਆ, ਉਦੋਂ ਬਾਅਦ ਵਿੱਚ ਮਹਾਰਾਜ ਨੇ ਖੋਲ੍ਹਿਆ ਹੀ ਨਹੀਂ ਹੈ। ਸਾਡੇ ਸਤਿਕਾਰਯੋਗ ਮਾਤਾ ਗੁਜਰੀ ਜੀ ਲੰਗਰ ਦੇ ਵਿੱਚ ਬੈਠੇ ਹੋਏ ਆਪ ਚੱਕੀ ਦੇ ਨਾਲ ਆਟਾ ਪੀਸਦੇ, ਆਟਾ ਪੀ ਪੀ ਕੇ ਪ੍ਰਸ਼ਾਦੇ ਬਣਾਉਂਦੇ, ਸੰਗਤਾਂ ਦੇ ਬਰਤਨ ਮਾਂਜਦੇ, ਸਬਜ਼ੀਆਂ ਭਾਜੀਆਂ ਬਣਦੀਆਂ, ਸੰਗਤਾਂ ਛਕਦੀਆਂ, ਗੁਰਬਾਣੀ ਸਰਵਣ ਕਰਦੇ।
ਸਿੱਖਾਂ ਨੇ ਬਾਣੀ ਪੜ੍ਹੀ ਹੈ। ਅੱਜ ਤੀਜਾ ਦਿਨ ਪ੍ਰਾਪਤ ਹੋਇਆ। ਤੀਜੇ ਦਿਨ ਗੁਰਬਾਣੀ ਦਾ ਪਾਠ ਸੰਪੂਰਨ ਕਰਦਿਆਂ ਹੋਇਆਂ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਅਰਦਾਸ ਕੀਤੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ 3 ਦਿਨ ਆਪ ਅਖੰਡ ਪਾਠ ਵਾਲੀ ਜਗ੍ਹਾ 'ਤੇ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਲਗਾਤਾਰ ਹੀ ਬੈਠੇ ਰਹੇ। 1 ਮਿੰਟ ਵਾਸਤੇ ਵੀ ਉੱਠ ਕੇ ਕਿਤੇ ਇੱਧਰ ਉੱਧਰ ਨਹੀਂ ਗਏ, ਕਿਉਂਕਿ ਉਹਨਾਂ ਦੇ 26 ਸਾਲ ਦਾ ਅਭਿਆਸ ਹੈ। 26 ਸਾਲ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਚੌਂਕੜਾ ਲਾਉਂਦੇ, ਉਹਨਾਂ ਵਾਸਤੇ 3 ਦਿਨ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਸਾਨੂੰ ਇਹ ਸਿਖਾਇਆ ਮਹਾਰਾਜ ਨੇ ਕਿ ਜੇ ਗੁਰਬਾਣੀ ਪੜ੍ਹਨੀ ਹੈ ਤਾਂ ਭਾਈ ਉਸ ਨੂੰ ਸੁਣਨਾ ਵੀ ਹੈ। ਪਰ ਸਾਡੇ ਸਿੱਖ ਜ਼ਿਆਦਾਤਰ ਗੁਰਬਾਣੀ ਪੜ੍ਹਾਉਂਦੇ ਜ਼ਰੂਰ ਨੇ ਪਰ ਗੁਰਬਾਣੀ ਸੁਣਦੇ ਨੇ। ਰਮਤਾ ਦੀ ਅਰਦਾਸ ਹੋਈ ਹੈ, ਬੜਾ ਵੱਡਾ ਆਸਾਨ ਕੀਤਾ ਮਹਾਰਾਜ ਦੇ ਅੱਗੇ ਵੀ ਅਰਦਾਸ ਵਿੱਚ ਹਾਜ਼ਰ ਹੋਏ। ਅਤੇ ਬਾਅਦ ਵਿੱਚ ਫਿਰ ਭੋਗ ਦੀ ਅਰਦਾਸ ਵਿੱਚ ਆਵਾਜ਼ ਮਾਰਨੀ ਪੈਂਦੀ ਵੀ ਆਓ ਭਾਈ ਭੋਗ ਪੈ ਗਿਆ, ਤੁਸੀਂ ਭੋਗ 'ਤੇ ਸੁਣਿਆ ਨਹੀਂ, ਅਰਦਾਸ ਵਿੱਚ ਹੀ ਆਓ। ਫਿਰ ਵੀ ਸਾਰੇ ਮੈਂਬਰ ਨਹੀਂ ਆਉਂਦੇ, ਥੋੜ੍ਹੇ ਹੀ ਆਉਂਦੇ। ਇਹ ਸਾਡੀ ਹਾਲਤ ਹੈ। ਗੁਰੂ ਤੇ ਬਾਣੀ ਸੁਣਦਾ ਹੈ, ਅੱਖਰ ਅੱਖਰ ਸੁਣਦਾ ਹੈ, 3 ਦਿਨ ਲਗਾਤਾਰ ਹੀ ਸੁਣਦੇ। ਸਿੱਖਾਂ ਨੂੰ ਜਿਹੜਾ ਸਬਕ ਸਿਖਾਇਆ ਹੈ, ਸਿੱਖ ਨੇ 3 ਦਿਨਾਂ ਵਿੱਚੋਂ ਕੁਝ ਮਿੰਟ ਵੀ ਗੁਰਬਾਣੀ ਸਰਵਣ ਨਹੀਂ ਕੀਤੀ ਹੈ। ਕਿਸੇ ਮਹਾਤਮਾ ਨੂੰ, ਕਿਸੇ ਨਾਮ ਰਸੀਏ ਨੂੰ ਪੁੱਛਿਆ ਗੁਰਬਾਣੀ ਜਿੱਥੇ ਪੜ੍ਹੀ ਜਾਂਦੀ ਮਹਾਤਮ ਕੀ ਹੈ? ਤੇ ਉਸ ਵੇਲੇ ਸਿੱਖ ਨੇ ਦੱਸਿਆ, ਕਹਿਣ ਲੱਗਾ ਜਦੋਂ ਗੁਰਬਾਣੀ ਪੜ੍ਹੀ ਜਾਂਦੀ ਹੈ, ਜਿਹੜਾ ਸਿੱਖ ਭਾਵਨਾ ਨਾਲ ਬਾਣੀ ਸੁਣਦਾ ਹੈ, ਇਹ ਬਾਣੀ ਉਸ ਦੀ ਭਾਵਨਾ ਵੇਖ ਕੇ ਉਹ ਭਾਵਨਾ ਪੂਰੀ ਕਰ ਦਿੰਦੀ ਹੈ। ਸਵਾਲ ਕਰਨ ਵਾਲੇ ਨੇ ਪੁੱਛਿਆ ਜੇ ਬਾਣੀ ਸੁਣਨ ਵਾਲਾ ਸੁਣੇ ਹੀ ਨਾ ਤਾਂ ਫਿਰ ਕੀ ਹੋ ਸਕਦਾ? ਤੇ ਉਹ ਨਾਮ ਦੇ ਰਸੀਏ ਕਹਿਣ ਲੱਗੇ ਫਿਰ ਜਿਹੜਾ ਬਾਣੀ ਪੜ੍ਹਦਾ ਪਿਆ ਨਾ, ਗੁਰੂ ਕਾ ਵਜ਼ੀਰ ਸਿੰਘ ਪਾਠੀ ਸਿੰਘ ਬਾਣੀ ਪੜ੍ਹਦਾ, ਜੇ ਉਹ ਭਾਵਨਾ ਨਾਲ ਪੜ੍ਹਦਾ ਪਿਆ, ਸ਼ਰਧਾ ਨਾਲ ਪੜ੍ਹਦਾ ਪਿਆ, ਬਾਣੀ ਨੂੰ ਗੁਰੂ ਜਾਣ ਕੇ ਪੜ੍ਹਦਾ ਪਿਆ, ਫਿਰ ਇਹ ਬਾਣੀ ਪੜ੍ਹਨ ਦਾ ਫਲ ਉਹਨੂੰ ਬਖਸ਼ਿਸ਼ ਕਰਦੀ ਹੈ, ਪੜ੍ਹਨ ਵਾਲੇ ਦਾ। ਸਤਿ ਸ਼੍ਰੀ ਅਕਾਲ। ਪੜ੍ਹਨ ਵਾਲੇ ਦਾ ਭਲਾ ਹੁੰਦਾ। ਸਵਾਲ ਕਰਨ ਵਾਲੇ ਨੇ ਫਿਰ ਬਚਨ ਆਖਿਆ, ਕਹਿਣ ਲੱਗੇ ਭਾਈ ਜੇ ਬਾਣੀ ਪੜ੍ਹਨ ਵਾਲਾ ਵੀ ਧਿਆਨ ਨਾ ਟਿਕਾਵੇ, ਇੱਧਰ ਉੱਧਰ ਧਿਆਨ ਵੀ ਮੈਨੂੰ ਕਿਹੜਾ ਕੋਈ ਸੁਣਦਾ। ਅੱਜ ਢਿਲਾਈ ਆ ਗਈ ਨਾ, ਪਾਠੀ ਸਿੰਘਾਂ ਵਿੱਚ ਵੀ ਢਿੱਲਾਪਣ ਆ ਗਿਆ ਹੈ। ਜੇ ਤੇ ਕੋਈ ਸੁਣਦਾ ਹੈ ਤਾਂ ਠੀਕ ਹੈ, ਨਹੀਂ ਸੁਣਦਾ ਤਾਂ ਫਿਰ ਆਪਣੀ ਮਸਤੀ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਬੈਠਦੇ। ਪੁੱਛਿਆ ਨਾਮ ਰਸੀਏ ਮਹਾਤਮਾ ਦੇ ਕੋਲੋਂ, ਜੇ ਪੜ੍ਹਨ ਵਾਲਾ ਵੀ ਨਹੀਂ ਪੜ੍ਹਦਾ ਪਿਆ ਧਿਆਨ ਦੇ ਨਾਲ, ਉਹਦੇ ਵਿੱਚ ਵੀ ਕਮੀਆਂ ਰਹਿ ਜਾਂਦੀਆਂ, ਫਿਰ ਬਾਣੀ ਦਾ ਮਹਾਤਮ ਕੀ ਹੈ? ਨਾਮ ਨੂੰ ਜਪਣ ਵਾਲੇ ਗੁਰਮੁਖਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਫਿਰ ਜਿਸ ਜਗ੍ਹਾ ਦੇ ਉੱਪਰ ਬਾਣੀ ਪੜ੍ਹੀ ਜਾਂਦੀ ਹੈ ਨਾ, ਇਹ ਬਾਣੀ ਫਿਰ ਉਸ ਜਗ੍ਹਾ ਨੂੰ ਆਪਣਾ ਮਹਾਤਮ ਬਖਸ਼ਿਸ਼ ਕਰਦੀ ਹੈ। ਉਹ ਜਗ੍ਹਾ ਪਵਿੱਤਰ ਹੋ ਜਾਂਦੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ, ਰਾਮ ਰਾਜੇ। ਇਹ ਗੁਰਬਾਣੀ ਦੇ ਮਾਂ ਵਾਕ ਮਹਾਰਾਜ ਜੀ। ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਗੁਰੂ ਕਿਉਂ ਸਿੱਖੋ, ਕਿ ਜੇ ਬਾਣੀ ਪੜ੍ਹਨੀ ਹੈ ਤਾਂ ਬਾਣੀ ਸੁਣਨੀ ਵੀ ਹੈ। ਪਰ ਅੱਜ ਬਹੁਤ ਆਦ ਸਾਡੇ ਵਿੱਚ ਇਹ ਘਾਟ ਹੈ, ਵੱਡੀ ਘਾਟ ਪੈ ਗਈ ਹੈ ਵੀ ਆਪਾਂ ਭਾਵੇਂ ਸਹਿਜ ਪਾਠ ਕਰਵਾਈਏ, ਭਾਵੇਂ ਆਪਾਂ ਅਖੰਡ ਪਾਠ ਕਰਵਾਈਏ। ਸਹਿਜ ਪਾਠ ਕਰਾਉਣ ਦਾ ਕਾਰਨ ਇਹੋ ਹੀ ਸੀਗਾ ਵੀ ਲਗਾਤਾਰ ਅਖੰਡ ਪਾਠ ਨਹੀਂ ਸੁਣਿਆ ਜਾਂਦਾ। ਸਹਿਜ ਪਾਠ ਵੱਧ ਦਿਨਾਂ ਵਿੱਚ ਹੋ ਜਾਂਦਾ, 7 ਦਿਨ ਲੱਗ ਜਾਂਦੇ, 8 ਦਿਨ ਲੱਗ ਜਾਂਦੇ, 10 ਦਿਨ ਵੀ ਲੱਗ ਜਾਂਦੇ, ਵੱਧ ਵੀ ਲੱਗ ਸਕਦੇ। ਪਰ ਜੇ ਤੇਰੇ ਕੋਲ ਸਮਾਂ ਘੱਟ ਹੈ, ਦਿਨ ਵੱਧ ਲਾ ਲਾ, ਪਰ ਗੁਰਬਾਣੀ ਨੂੰ ਸੁਣ ਜ਼ਰੂਰ। ਪਰ ਅਸੀਂ ਉਹਨੂੰ ਵੀ ਦੂਜੇ ਪਾਸੇ ਲੈ ਕੇ ਚੱਲ ਪਏ ਵੀ ਖੰਡ ਪਾਠ ਕਰਵਾਵਾਂਗੇ ਤੇ ਬਹੁਤੇ ਬੰਦੇ ਸਾਹਮਣੇ ਔਖੇ ਨੇ, ਸਹਿਜ ਪਾਠ ਵਾਸਤੇ ਕੋਈ ਬੰਦਾ ਆਵੇਗਾ। ਬਾਣੀ ਫਿਰ ਵੀ ਨਹੀਂ ਸੁਣੀ ਹੈ, ਆਪਣੀ ਸੁੱਖ ਸਹੂਲਤ ਵੇਖੀ, ਆਪਣਾ ਹੀ ਸੁੱਖ ਵੇਖਿਆ ਵੀ ਇਹਦੇ ਵਿੱਚ ਮੈਨੂੰ ਸੌਖਾ ਲੱਗਦਾ ਹੈ, ਸੁਣਿਆ ਫਿਰ ਵੀ ਅੱਖਰ ਨਹੀਂ ਹੈ। ਸਤਿਗੁਰਾਂ ਨੇ ਆਪ ਗੁਰਬਾਣੀ ਉੱਥੇ ਬੈਠ ਕੇ ਸਰਵਣ ਕੀਤੀ ਹੈ। ਤੀਸਰੇ ਦਿਨ ਅਰਦਾਸ ਬੇਨਤੀ ਹੋਈ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅੱਗੇ। ਗੁਰੂ ਕੇ ਸਿੱਖਾਂ ਦੇ ਵੱਲੋਂ 10ਵੇਂ ਪਾਤਸ਼ਾਹ ਮਹਾਰਾਜ ਨੇ ਖੁਦ ਬਚਨ ਲਿਖਿਆ ਹੈ, ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਬੇਣੀ ਭੈ ਪੁੰਨ ਦਾਨ ਦਿਨ ਕਰਤ ਬਤੈ ਤਹੀਂ ਪ੍ਰਕਾਸ਼ ਹਮਾਰਾ ਪੈ। ਇਹ ਆਪ ਲਿਖਿਆ ਬਚਨ ਮਹਾਰਾਜ। ਮਾਤਾ ਦੇ ਉਦਰ ਦੇ ਵਿੱਚ ਆਉਣਾ ਇਸੇ ਧਰਤੀ 'ਤੇ ਸਾਡਾ ਹੋਇਆ। ਇੱਥੋਂ ਮਹਾਰਾਜ ਫਿਰ ਜੀ ਅੱਗੇ ਚੱਲ ਪਏ ਅਤੇ ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚੇ। ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇ। ਉੱਥੇ ਫਿਰ ਸਾਡਾ ਜਾ ਕੇ ਅਵਤਾਰ ਹੋਇਆ। ਇਹ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਜਿਹੜੇ ਉਹ ਆਖੇ। ਮਹਾਰਾਜ ਇੱਥੋਂ ਚੱਲ ਕੇ ਅੱਗੇ ਕੀ ਕਾਰਜ ਕਰਦੇ, ਉਹ ਇਤਿਹਾਸ ਮਹਾਰਾਜ ਦੀਆਂ ਸਾਖੀਆਂ ਆਪਾਂ ਫਿਰ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ।
ਸਤਿਗੁਰਾਂ ਨੇ ਜਿਹੜੇ ਸ਼ਲੋਕ ਬਖਸ਼ਿਸ਼ ਕੀਤੇ ਨੇ ਉਹਨਾਂ ਦੀ ਵਿਚਾਰ ਆਪਾਂ ਸਰਵਣ ਕਰੀਏ। ਪਤਿਤ ਉਦਾਹਰਨ ਪੈ ਹਰਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਤਮਾ ਜੋ ਹੈ ਉਹ ਪਾਪੀਆਂ ਦਾ ਉਧਾਰ ਕਰ ਦਿੰਦਾ। ਜਿਹੜੇ ਵੱਡੇ ਵੱਡੇ ਪਾਪੀ ਨੇ ਨਾ, ਕੌਡੇ ਰਾਖਸ਼ ਵਰਗੇ, ਸੱਜਣ ਠੱਗ ਵਰਗੇ, ਉਹਨਾਂ ਦਾ ਉਧਾਰ ਕਰ ਦਿੰਦਾ, ਮੁਕਤ ਕਰ ਦਿੰਦਾ। ਪਾਪੀਆਂ ਨੂੰ ਵੀ ਨਾਮ ਜਪਾ ਕੇ ਪਾਪ ਤੋਂ ਮੁਕਤ ਕਰ ਦਿੰਦਾ ਹੈ। ਅਤੇ ਭੈ ਹਰਨ, ਡਰ ਵੀ ਨਹੀਂ ਰਹਿਣ ਦਿੰਦਾ, ਡਰ ਵੀ ਖਤਮ ਕਰ ਦਿੰਦਾ ਹੈ। ਐਸਾ ਉਸ ਦਾ ਨਾਮ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਪਰਮਾਤਮਾ ਦਾ ਨਾਮ ਪਾਪੀਆਂ ਦਾ ਉਧਾਰ ਕਰਦਾ ਹੈ। ਭੈ ਹਰਨ, ਡਰ ਵੀ ਖਤਮ ਕਰ ਦਿੰਦਾ ਹੈ। ਹਰ ਅਨਾਥ ਕੇ ਨਾਥ। ਉਹ ਪਰਮਾਤਮਾ ਅਨਾਥ ਕਹੀਏ ਜਿਹੜੇ ਯਤੀਮ ਨੇ, ਜਿਨ੍ਹਾਂ ਦਾ ਕੋਈ ਨਹੀਂ ਹੈ, ਨਾ ਮਾਂ ਨਾ ਬਾਪ ਨਾ ਰਿਸ਼ਤੇਦਾਰ ਨਾ ਭੈਣ ਨਾ ਭਾਈ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦਾ ਉਹ ਪਰਮਾਤਮਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਤੋਂ ਖੁਸ਼ ਹੋ ਕੇ 12 ਵਰ ਬਖਸ਼ਿਸ਼ ਕੀਤੇ। ਉਹਨਾਂ ਵਰਾਂ ਦੇ ਵਿੱਚ ਆਖਿਆ ਸੀ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਧਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ। ਇਹ ਮਹਾਰਾਜ ਨੇ ਵਰ ਬਖਸ਼ਿਸ਼ ਕੀਤੇ। ਸਤਿਗੁਰੂ ਕਹਿਣ ਲੱਗੇ ਉਹ ਐਸਾ ਹੈ ਜਿਹਦਾ ਕੋਈ ਨਹੀਂ ਹੈ, ਉਹਦਾ ਉਹ ਮਾਲਕ ਹੈ। ਅਨਾਥਾਂ ਦਾ, ਯਤੀਮਾਂ ਦਾ, ਜਿਹਦਾ ਕੋਈ ਨਹੀਂ, ਉਹਦਾ ਉਹ ਪਰਮਾਤਮਾ ਆਪ ਮਾਲਕ ਹੈ। ਕਹੋ ਨਾਨਕ ਤਿਹ ਜਾਣੀਐ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਸੁਣ, ਉਸ ਨੂੰ ਇਸ ਤਰ੍ਹਾਂ ਜਾਣਨਾ ਕਰ। ਸਦਾ ਬਸਤ ਤੁਮ ਸਾਥ। ਉਹ ਪਰਮਾਤਮਾ ਸਦਾ ਹੀ ਤੇਰੇ ਨਾਲ ਹੈ, ਕਦੇ ਤੇਰੇ ਤੋਂ ਦੂਰ ਨਹੀਂ। ਸਦਾ ਅੰਗ ਸੰਗੇ। ਐਸਾ ਸਮਾਂ ਹੀ ਨਹੀਂ ਆਉਂਦਾ ਵੀ ਤੇਰੇ ਤੋਂ ਕਦੇ ਦੂਰ ਹੋ ਜਾਵੇ। ਸਦਾ ਹੀ ਤੇਰੇ ਨਾਲ ਹੈ। ਬਚਨ ਆ ਗਿਆ ਪਤਤ ਉਦਾਹਰਨ ਭੈ ਹਰਨ। ਉਹ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ, ਕੌਡੇ ਵਰਗਿਆਂ ਦਾ। ਮਨਾਂ ਵਿੱਚੋਂ ਡਰ ਵੀ ਖਤਮ ਕਰ ਦਿੰਦਾ। ਸਿੱਖਾਂ ਦੇ ਮਨ ਵਿੱਚ ਡਰ ਵੀ ਨਹੀਂ ਰਹਿਣ ਦਿੰਦਾ। ਪਾਤਸ਼ਾਹ ਕਹਿਣ ਲੱਗੇ ਹਰ ਅਨਾਥ ਕੇ ਨਾਥ, ਯਤੀਮਾਂ ਦਾ ਵੀ ਉਹ ਮਾਲਕ ਹੈ। ਐਸਾ ਜੋ ਪਰਮਾਤਮਾ ਹੈ, ਉਸ ਪਰਮਾਤਮਾ ਨੂੰ ਕਹੋ ਨਾਨਕ ਤੇ ਜਾਣੀਐ। ਸਦਾ ਬਸਤ ਤੁਮ ਸਾਥ। ਇਹ ਜਾਣ ਲਾ ਵੀ ਉਹ ਪਰਮਾਤਮਾ ਸਦਾ ਤੇਰੇ ਅੰਗ ਸੰਗ ਹੈ, ਤੇਰੇ ਤੋਂ ਕਦੇ ਦੂਰ ਨਹੀਂ ਹੁੰਦਾ ਹੈ, ਹਰ ਵੇਲੇ ਤੇਰੀ ਰੱਖਿਆ ਕਰਦਾ ਹੈ। ਐਸੀ ਉਸ ਦੀ ਵਡਿਆਈ ਹੈ। ਧਨ ਧਨ ਜਿਹ ਤੋ ਕਉ ਦਿਓ। ਉਸ ਪਰਮਾਤਮਾ ਨੇ ਵੇਖ ਤੈਨੂੰ ਕਿੰਨਾ ਸੋਹਣਾ ਸਰੀਰ ਦਿੱਤਾ ਹੈ। ਇਹ ਜਿਹੜਾ ਸਾਨੂੰ ਸਰੀਰ ਮਿਲਿਆ ਨਾ, ਇਹ ਅਸੀਂ ਮੁੱਲ ਨਹੀਂ ਲਿਆ ਹੈ, ਨਾ ਹੀ ਅਸੀਂ ਲੈ ਸਕਦੇ ਹਾਂ, ਨਾ ਸਾਡੇ ਵਿੱਚ ਇੰਨੀ ਸਮਰੱਥਾ ਹੈ, ਨਾ ਹੀ ਇਹ ਸਰੀਰ ਮੁੱਲ ਮਿਲਦਾ ਹੈ। ਮਹਾਰਾਜ ਕਹਿਣ ਲੱਗੇ ਤਨ ਤੈਨੂੰ ਸਰੀਰ ਦਿੱਤਾ ਪਰਮਾਤਮਾ ਨੇ। ਸਰੀਰ ਨੂੰ ਪਾਲਣ ਪੋਸ਼ਣ ਵਾਸਤੇ ਤੈਨੂੰ ਫਿਰ ਧਨ ਵੀ ਉਸਨੇ ਬਖਸ਼ਿਸ਼ ਕੀਤਾ ਹੈ। ਕਿਸੇ ਨੂੰ ਨੌਕਰੀ ਦਿੱਤੀ ਹੈ, ਕਿਸੇ ਨੂੰ ਵਪਾਰ ਦਿੱਤਾ, ਕਿਸੇ ਨੂੰ ਖੇਤੀਬਾੜੀ ਦਿੱਤੀ ਹੈ, ਕੋਈ ਨਾ ਕੋਈ ਕੰਮ ਦੇ ਕੇ ਪਾਲਦਾ ਵੀ ਪਿਆ ਹੈ। ਜਿੱਥੇ ਤਨ ਦਿੱਤਾ ਹੈ ਉੱਥੇ ਧਨ ਦਿੱਤਾ ਹੈ। ਜੇਹ ਤੋ ਕੋ ਦਿਓ, ਇਹ ਸਭ ਕੁਝ ਤੈਨੂੰ ਪਰਮਾਤਮਾ ਨੇ ਆਪਣੇ ਵੱਲੋਂ ਬਖਸ਼ਿਸ਼ ਕੀਤਾ ਹੈ। ਪਰ ਵਿਅਕਤੀ ਨੇ ਕਦੇ ਵੀ ਰੱਬ ਦੇ ਨਾਲ ਪਿਆਰ ਨਹੀਂ ਕੀਤਾ ਹੈ। ਪਰਮਾਤਮਾ ਨੇ ਵੇਖੋ ਤਨ ਦਿੱਤਾ, ਕਦੇ ਸ਼ੁਕਰ ਨਹੀਂ ਕੀਤਾ ਵੀ ਰੱਬਾ ਸ਼ੁਕਰ ਹੈ ਸਰੀਰ ਮਿਲਿਆ। ਜਿਨ੍ਹਾਂ ਨੂੰ ਨਹੀਂ ਨਾ ਮਿਲਿਆ ਉਹਨਾਂ ਦੀ ਹਾਲਤ ਵੇਖੋ ਕਿਵੇਂ, ਭੂਤ ਪ੍ਰੇਤ ਵਿਚਾਰੇ ਭੜਕਦੇ ਪਏ, ਸਰੀਰ ਹੀ ਨਹੀਂ ਮਿਲਦਾ ਪਿਆ। ਪਰਮਾਤਮਾ ਨੇ ਤੈਨੂੰ ਦਿੱਤਾ, ਕਦੇ ਸ਼ੁਕਰਾਨਾ ਨਹੀਂ। ਫਿਰ ਸਰੀਰ ਦੇ ਨਾਲ ਨਾਲ ਮਾਇਆ ਵੀ ਦਿੱਤੀ, ਪਦਾਰਥ ਵੀ ਦਿੱਤੇ, ਪਰ ਕਦੇ ਵੀ ਇਹ ਪਰਮਾਤਮਾ ਦੇ ਨਾਲ ਪਿਆਰ ਨਹੀਂ ਕਰਦਾ। ਐਸਾ ਨਸ਼ੁਕਰਾ, ਨਾ ਸ਼ੁਕਰ ਕਰਨ ਵਾਲਾ ਇਹ ਵਿਅਕਤੀ ਹੈ। ਕਹੋ ਨਾਨਕ ਨਰ ਬਾਵਰੇ। ਮਹਾਰਾਜ ਕਹਿਣ ਲੱਗੇ ਬਾਵਰਿਆ, ਝੱਲਿਆ ਮੂਰਖਾ, ਸੁਣ ਸਾਡੇ ਬਚਨ, ਅਸੀਂ ਤੈਨੂੰ ਦੱਸਦੇ ਹਾਂ। ਅਬ ਕਿਉਂ ਡੋਲਤ ਦੀਨ। ਹੁਣ ਕਿਉਂ ਡੋਲਦਾ ਪਿਆ ਦੀਨ ਹੋ ਕੇ? ਜਦੋਂ ਮਾਰ ਪੈਂਦੀ ਹੈ ਜਮਾਂ ਦੀ, ਫਿਰ ਡੋਲਦਾ ਹੈ, ਹਾਏ ਹਾਏ ਕਰਦਾ, ਪੁਕਾਰਾਂ ਕਰਦਾ, ਬੜਾ ਦੀਨ ਹੁੰਦਾ, ਫਿਰ ਘਗਿਆਉਂਦਾ ਹੈ। ਮਹਾਰਾਜ ਕਹਿੰਦੇ ਹੁਣ ਕਾਹਤੋਂ ਡੋਲਦਾ ਪਿਆ? ਹੁਣ ਕਾਹਤੋਂ ਦੁਖੀ ਹੋ ਗਿਆ? ਦੁਖੀ ਹੋ ਕੇ ਡੋਲਦਾ ਪਿਆ। ਜਦੋਂ ਬਚਨ ਸੀ ਕੰਮ ਸਾਂਭਣ ਦਾ, ਉਦੋਂ ਨਹੀਂ ਸਾਂਭਿਆ। ਜਦੋਂ ਮੌਕਾ ਸੀ ਨਾ ਨਾਮ ਜਪਣ ਦਾ, ਉਦੋਂ ਆਖਦਾ ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਮੈਂ ਤੇ ਖਾਣ ਪੀਣ ਵਾਸਤੇ ਆਇਆ। ਜਦੋਂ ਮਾਰ ਪੈਂਦੀ ਹੈ ਫਿਰ ਪਛਚਾਤਾਪ ਕਰਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ 7ਵਾਂ ਸ਼ਲੋਕ ਹੈ। ਕਹਿਣ ਲੱਗੇ ਤਨ ਧਨ ਜੇਹ ਤੋ ਕੋ ਦਿਓ, ਜਿਹਨੇ ਸੋਹਣਾ ਸਰੀਰ ਦਿੱਤਾ ਹੈ ਤੇ ਫਿਰ ਸਰੀਰ ਦੇ ਨਾਲ ਮਾਇਆ ਵੀ ਦਿੱਤੀ ਹੈ। ਜੇ ਪ੍ਰਸਾਦ ਬਸੇ ਸੁਖ ਮੰਦਰ ਤੇ ਸਹਿ ਧਿਆਏ ਸਦਾ। ਇਹ ਦਿੱਤਾ ਤੈਨੂੰ ਪਰਮਾਤਮਾ ਨੇ, ਪਰ ਉਹਦੇ ਨਾਲ ਕਦੇ ਪਿਆਰ ਨਹੀਂ ਕੀਤਾ। ਜਿਸ ਦਾ ਦਿੱਤਾ ਖਾਵਨਾ ਤਿਸ ਕਹੀਐ ਸ਼ਾਬਾਸ਼। ਕਦੇ ਨਹੀਂ ਸ਼ੁਕਰ ਕੀਤਾ ਵੀ ਰੱਬਾ ਧੰਨਵਾਦ, ਕਿਉਂਕਿ ਉਹਦੇ ਨਾਲ ਪਿਆਰ ਹੀ ਨਹੀਂ ਨਾ ਕਰਦਾ।
ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਰੱਬ ਦੂਰ ਮੇਰੇ ਤੋਂ ਲੈ ਜਾਓ, ਮੈਨੂੰ ਨਹੀਂ ਚਾਹੀਦਾ ਹੈ। ਮਹਾਰਾਜ ਕਹਿਣ ਲੱਗੇ ਕਹੋ ਨਾਨਕ ਨਰ ਬਾਵਰੇ, ਬਾਵਰਿਆ ਝੱਲਿਆ, ਜਦੋਂ ਮਾਰ ਪਵੇਗੀ ਫਿਰ ਦੀਨ ਹੋ ਕੇ ਡੋਲਦਾ ਫਿਰੇਂਗਾ, ਐਸੀ ਤੇਰੀ ਹਾਲਤ ਹੋਣੀ ਹੈ। ਤਨ ਧਨ ਸੰਪੈ ਸੁਖ ਦਿਓ। ਉਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਹੈ, ਬੜਾ ਸੁੰਦਰ ਸਰੀਰ ਦਿੱਤਾ ਹੈ। ਸਰੀਰ ਦੇ ਨਾਲ ਨਾਲ ਮਹਾਰਾਜ ਕਹਿੰਦੇ ਤੈਨੂੰ ਧਨ ਵੀ ਬਖਸ਼ਿਆ ਹੈ, ਹਰੇਕ ਪ੍ਰਕਾਰ ਦੀਆਂ ਸਹੂਲਤਾਂ, ਮੁਖ ਪਿਆਓ ਬੈਠ ਕੋ ਦੈਣ, ਇੰਨੀਆਂ ਸਹੂਲਤਾਂ ਦਿੱਤੀਆਂ, ਬੈਠਿਆਂ ਹੀ ਸਭ ਕੁਝ ਮਿਲਦਾ ਪਿਆ ਹੈ। ਸੰਪਤੀ ਬਖਸ਼ਿਸ਼ ਕੀਤੀ ਹੈ, ਵਿਭੂਤੀ ਜਿਹਨੂੰ ਆਪਾਂ ਕਹੀਏ, ਮੱਝਾਂ ਗਾਵਾਂ ਹਾਥੀ ਘੋੜੇ ਗੱਡੀਆਂ ਮੋਟਰਾਂ ਸਭ ਕੁਝ ਤੈਨੂੰ ਪ੍ਰਮਾਤਮਾ ਨੇ ਬਖਸ਼ਿਆ ਹੈ। ਔਰ ਜਹ ਨੀਕੇ ਤਾਮ, ਇੱਥੇ ਹੀ ਬਸ ਨਹੀਂ, ਤੈਨੂੰ ਰਹਿਣ ਵਾਸਤੇ ਵੇਖ ਕਿੰਨਾ ਸੋਹਣਾ ਘਰ ਵੀ ਦਿੱਤਾ ਹੈ। ਜਿਹੜੇ ਫੁੱਟਪਾਲ ਤੇ ਸੌਂਦੇ ਨਾ ਜਾ ਕੇ ਸੜਕਾਂ ਤੇ, ਉਹਨਾਂ ਨੂੰ ਪੁੱਛੋ ਘਰ ਦੀ ਕੀ ਕੀਮਤ ਹੈ। ਕਿੰਨਾ ਸੋਹਣਾ ਤੈਨੂੰ ਰਹਿਣ ਵਾਸਤੇ ਉਹਨੇ ਘਰ ਦਿੱਤਾ ਹੈ, ਪਰ ਘਰ ਦੇ ਮੋਹ ਵਿੱਚ ਪੈ ਗਿਆ, ਰੱਬ ਨੂੰ ਫਿਰ ਭੁੱਲੀ ਬੈਠਾ ਹੈ। ਐਸੀ ਇਸ ਦੀ ਹਾਲਤ ਹੈ। ਕਹੋ ਨਾਨਕ ਸੁਨ ਰੇ ਮਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆ ਮੇਰਿਆ ਮਨਾ, ਇਹ ਗੁਰੂ ਕਿਆ ਸਿੱਖਾ, ਸਾਡਾ ਬਚਨ ਧਿਆਨ ਦੇ ਨਾਲ ਸੁਣਨਾ ਕਰ। ਸਿਮਰਤ ਕਾਹੇ ਨਾਰਾਮ। ਤੂੰ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ ਹੈ, ਜਿਹੜਾ ਤੈਨੂੰ ਇੰਨਾ ਸੋਹਣਾ ਘਰ ਦਿੱਤਾ ਹੈ। ਉਸ ਘਰ ਦੇ ਵਿੱਚ ਬੈਠ ਕੇ ਕਦੇ ਆਖਿਆ ਵੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰ। ਸਾਡੇ ਵੱਡੇ ਵਡੇਰੇ ਜਿਹੜੇ ਸਨ ਨਾ, ਬਾਹਰ ਜਾ ਕੇ ਖੂਹਾਂ ਤੇ ਇਸ਼ਨਾਨ ਕਰਕੇ, ਨਹਿਰਾਂ ਤੇ ਇਸ਼ਨਾਨ, ਦਰਿਆਵਾਂ 'ਚ ਇਸ਼ਨਾਨ ਕਰਕੇ ਆਉਂਦੇ ਤੇ ਆ ਕੇ ਫਿਰ ਵੀ ਰੱਬ ਦਾ ਨਾਮ ਲੈਂਦੇ। ਅੱਜ ਸਾਨੂੰ ਰੱਬ ਨੇ ਸੋਹਣਾ ਘਰ ਦਿੱਤਾ, ਘਰ ਦੇ ਵਿੱਚ ਹੀ ਬਾਥਰੂਮ ਦਿੱਤਾ, ਬਾਥਰੂਮ ਦੇ ਵਿੱਚ ਗਰਮ ਪਾਣੀ ਕਰਨ ਵਾਲੀਆਂ ਮਸ਼ੀਨਾਂ ਵੀ, ਗੀਜ਼ਰ ਵੀ ਲੱਗੇ ਹੋਏ, ਪਰ ਸਾਡੇ ਕੋਲ ਅੱਜ ਅੰਮ੍ਰਿਤ ਵੇਲਾ ਨਹੀਂ ਹੈ। ਅਸੀਂ ਉਦੋਂ ਉੱਠਣਾ ਜਦੋਂ ਨੌਕਰੀ 'ਤੇ ਜਾਣਾ, ਵੀ ਭੱਜ ਕੇ ਬਸ ਤਿਆਰ ਹੋਣ ਦਾ ਸਮਾਂ, ਇੰਨਾ ਕੁ ਸਮਾਂ ਪਹਿਲਾਂ ਉੱਠਣਾ ਹੈ ਵੀ ਤਿਆਰ ਹੋ ਕੇ ਭੱਜ ਪਵਾਂ, ਰਸਤੇ ਵਿੱਚ ਹੀ ਪ੍ਰਸ਼ਾਦਾ ਛਕ ਲਵਾਂਗੇ, ਨਾਸ਼ਤਾ ਕਰ ਲਵਾਂਗੇ। ਪਰ ਤੇਰੇ ਵੱਡਿਆਂ ਨੇ ਇਹ ਸਹੂਲਤਾਂ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਚੇਤੇ ਕੀਤਾ ਹੈ। ਤੇਰੇ ਕੋਲ ਸਭ ਕੁਝ ਆ ਗਿਆ, ਤੂੰ ਅੱਜ ਫਿਰ ਭੁੱਲ ਬੈਠਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਸ ਤਰ੍ਹਾਂ ਦੀ ਤੇਰੀ ਹਾਲਤ ਹੈ। ਸਭ ਸੁਖ ਦਾਤਾ ਰਾਮ ਹੈ। ਪਾਤਸ਼ਾਹ ਕਹਿਣ ਲੱਗੇ ਸਿਮਰਤ ਕਾਹੇ ਨਾ ਰਾਮ, ਕਿਉਂ ਨਹੀਂ ਰਾਮ ਨੂੰ ਸਿਮਰਦਾ ਭਾਈ, ਚੇਤੇ ਕਰਦਾ। ਇਹ ਸ਼ਲੋਕ ਮਹਾਰਾਜ ਨੇ ਸਾਨੂੰ 8ਵਾਂ ਬਖਸ਼ਿਸ਼ ਕੀਤਾ ਹੈ। ਤਨ ਧਨ ਸੰਪੈ ਸੁਖ ਦਿਓ, ਸੋਹਣਾ ਸਰੀਰ ਦਿੱਤਾ ਹੈ, ਅਰੋਗ ਦੇਹੀ ਦਿੱਤੀ ਸਾਨੂੰ, ਇਹਨੂੰ ਪਾਲਣ ਪੋਸ਼ਣ ਵਾਸਤੇ ਧਨ ਪਦਾਰਥ ਵੀ ਬਖਸ਼ਿਸ਼ ਕੀਤੇ, ਅਤੇ ਇਸੇ ਤਰ੍ਹਾਂ ਸੰਪਤੀ ਬਖਸ਼ਿਸ਼ ਕੀਤੀ ਹੈ। ਸਾਰੇ ਰਿਸ਼ਤੇਦਾਰਾਂ ਵਿੱਚ ਮਾਣ ਸਨਮਾਨ ਵੀ ਬਖਸ਼ਿਆ ਹੈ, ਜਿੱਥੇ ਜਾਂਦਾ ਜੈ ਜੈਕਾਰ ਹੁੰਦੀ ਹੈ। ਅਤੇ ਬੜਾ ਸੋਹਣਾ ਰਹਿਣ ਵਾਸਤੇ ਘਰ ਵੀ ਦਿੱਤਾ ਹੈ। ਅਰਜਿਹ ਨੀਕੇ ਧਾਮ, ਸੋਹਣਾ ਘਰ ਦਿੱਤਾ ਰਹਿਣ ਵਾਸਤੇ, ਘਰ ਵਿੱਚ ਸਾਰੀਆਂ ਸਹੂਲਤਾਂ ਵੀ ਦਿੱਤੀਆਂ। ਇਹ ਸਭ ਕੁਝ ਲੈਣ ਦੇ ਬਾਵਜੂਦ ਕਹੋ ਨਾਨਕ ਸੁਨ ਰੇ ਮਨਾ, ਐ ਮੇਰਿਆ ਮਨਾ ਸੁਣ, ਸਿਮਰਤ ਕਾਹੇ ਨਾ ਰਾਮ, ਫਿਰ ਵੀ ਰੱਬ ਨੂੰ ਚੇਤੇ ਨਹੀਂ ਕਰਦਾ। ਐਸਾ ਨਸ਼ੁਕਰਾ ਕਿਉਂ ਵਰਦਾ ਹੈ, ਇਸ ਤਰ੍ਹਾਂ ਦੀ ਤੇਰੀ ਹਾਲਤ ਕਿਉਂ ਹੈ। ਸਭ ਸੁਖ ਦਾਤਾ ਰਾਮ ਹੈ। ਉਹ ਜੋ ਰਮਿਆ ਹੋਇਆ ਹੈ ਨਾ ਪਰਮਾਤਮਾ, ਉਹ ਸਾਰਿਆਂ ਸੁੱਖਾਂ ਦਾ ਦਾਤਾ ਹੈ। ਦੁਨੀਆ ਦੇ ਵਿੱਚ ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੋਂ ਸਾਰੇ ਸੁੱਖ ਇਕੱਠੇ ਮਿਲ ਜਾਣ। ਪਰਮਾਤਮਾ ਦਾ ਇੱਕ ਇਹੋ ਜਿਹਾ ਨਾਮ ਹੈ ਜਿਹਦੇ ਵਿੱਚੋਂ ਸਭ ਕੁਝ ਹੀ ਮਿਲਦਾ ਹੈ। ਸਰਬ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ। ਪਾਤਸ਼ਾਹ ਕਹਿਣ ਲੱਗੇ ਭਾਈ ਸਾਰਿਆਂ ਸੁੱਖਾਂ ਦਾ ਦਾਤਾ ਉਹ ਰਾਮ, ਸਾਰੇ ਸੁੱਖ ਤੈਨੂੰ ਬਖਸ਼ਦਾ ਹੈ। ਦੂਸਰ ਨਾਹਿ ਨਾ ਕੋਈ, ਉਹਦੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ, ਕੋਈ ਨਹੀਂ ਦੂਜਾ ਜਿਹੜਾ ਤੈਨੂੰ ਕੋਈ ਦੇ ਸਕੇ। ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈ, ਸਮਰੱਥਾ ਨਹੀਂ ਹੈ, ਜਾਂ ਕਿਸੇ ਕੋਲ ਇੰਨਾ ਅਖਤਿਆਰ ਨਹੀਂ ਹੈ ਵੀ ਉਹ ਆਪਣੇ ਆਪ ਕੁਝ ਕਰ ਸਕੇ। ਨਹੀਂ, ਕੋਈ ਦੁਨੀਆ ਤੇ ਉਹਨੇ ਤਾਕਤ ਪੈਦਾ ਹੀ ਨਹੀਂ ਕੀਤੀ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਅਕਾਲ ਪੁਰਖ ਵਰਗਾ ਸਭ ਕੁਝ ਦੇਣ ਵਾਲਾ ਦੂਜਾ ਪੈਦਾ ਨਹੀਂ ਹੋਇਆ ਹੈ, ਉਹ ਆਪ ਹੀ ਸਭ ਕੁਝ ਦਿੰਦਾ ਹੈ। ਦੂਸਰ ਨਾਹਿ ਨ ਕੋਈ, ਦੂਜਾ ਕੋਈ ਨਹੀਂ ਹੈ ਜਿਹੜਾ ਪਰਮਾਤਮਾ ਦੇ ਮੁਕਾਬਲੇ ਤੇ ਤੈਨੂੰ ਕੁਝ ਦੇਣਾ ਕਰੇ। ਕਹੋ ਨਾਨਕ ਸੁਨ ਰੇ ਮਨਾ। ਪਾਤਸ਼ਾਹ ਕਹਿਣ ਲੱਗੇ ਆ ਮੇਰਿਆ ਮਨਾ, ਇਹ ਬਚਨ ਬੜੇ ਧਿਆਨ ਦੇ ਨਾਲ ਗੁਰਮੁਖਾ ਸੁਣਨਾ ਕਰ। ਇਹ ਸਿਮਰਤ ਗਤ ਹੋਏ, ਜੇ ਤੂੰ ਉਹਦਾ ਸਿਮਰਨ ਕਰੇਗਾ ਨਾ, ਗਤ ਕਹੀਏ ਮੁਕਤੀ ਮਿਲੇਗੀ। ਜਪ ਕਰਨ ਨਾਲ, ਤਪ ਕਰਨ ਦੇ ਨਾਲ, ਜਲ ਧਾਰੇ ਕਰਨ ਨਾਲ, ਤੀਰਥ ਯਾਤਰਾ ਕਰਨ ਦੇ ਨਾਲ, ਵਰਤ ਰੱਖਣ ਦੇ ਨਾਲ, ਦਾਨ ਪੁੰਨ ਕਰਨ ਦੇ ਨਾਲ ਮੁਕਤੀ ਨਹੀਂ ਮਿਲਦੀ ਹੈ। ਮਤਾਂ ਭੁੱਲ ਜਾਓ ਕਿ ਮੁਕਤ ਹੋ ਜਾਵਾਂਗੇ, ਮੁਕਤੀ ਮਿਲੇਗੀ ਉਹਦਾ ਨਾਮ ਜਪ ਕੇ। ਮਹਾਰਾਜ ਜੀ ਨੇ 9ਵਾਂ ਸ਼ਲੋਕ ਬਖਸ਼ਿਸ਼ ਕੀਤਾ, ਸਭ ਸੁਖ ਦਾਤਾ ਰਾਮ ਹੈ। ਸਾਰਿਆਂ ਸੁੱਖਾਂ ਦਾ ਉਹ ਦਾਤਾ ਹੈ ਪਰਮੇਸ਼ਰ, ਸਾਰੇ ਸੁੱਖ ਉਹਦੇ ਕੋਲ।
ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ। ਪਾਸ ਜਿਹੜੀ ਵੀ ਚੀਜ਼ ਚਾਹੀਦੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਹਰ ਸਾਰੀਆਂ ਇੱਛਾਵਾਂ ਪੂਰਨ ਕਰਨ ਦੀ ਸਮਰੱਥਾ ਉਹਦੇ ਕੋਲ ਹੈ। ਦੂਸਰ ਨਾਹਨ ਕੋਏ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਮਤਾਂ ਤੂੰ ਸੋਚੀ ਵੀ ਇੱਥੋਂ ਨਹੀਂ ਮਿਲਿਆ ਤਾਂ ਉਧਰੋਂ ਮਿਲੇਗਾ। ਜਿਹਨੂੰ ਇੱਥੋਂ ਕੁਝ ਨਹੀਂ ਮਿਲਿਆ ਉਹਨੂੰ ਕਿਤਿਓਂ ਵੀ ਕੁਝ ਨਹੀਂ ਮਿਲਣਾ। ਕਹੋ ਨਾਨਕ ਸੁਣ ਰੇ ਮਨਾ, ਇਹ ਮਨਾ ਸੁਣ ਧਿਆਨ ਦੇ ਨਾਲ ਬਚਨ ਤੇ ਸਿਮਰਤ ਗਤ ਹੋਏ। ਉਹਦਾ ਸਿਮਰਨ ਕਰੇਗਾ ਤੈਨੂੰ ਮੋਕਸ਼ ਪ੍ਰਾਪਤ ਹੋ ਜਾਣਾ ਜੈ ਹੈ। ਸਿਮਰਤ ਗਤ ਪਾਈਐ। ਜਿਸ ਪਰਮਾਤਮਾ ਦਾ ਸਿਮਰਨ ਕਰਕੇ ਗਤ ਮਿਲਦੀ ਹੈ, ਗਤ ਕਹੀਏ ਕੇਵਲ ਮੋਕਸ਼ ਮੁਕਤੀ, ਬਾਰ-ਬਾਰ ਦੁਨੀਆ ਵਿੱਚ ਆਉਣਾ ਹੀ ਨਾ ਪਵੇ, ਜਨਮ ਹੀ ਨਾ ਮਿਲੇ, ਐਸੀ ਦਾਤ ਜਿਸ ਪਰਮਾਤਮਾ ਤੋਂ ਮਿਲਦੀ ਹੈ। ਇਹ ਭਜ ਰੇ ਤੈ ਮੀਤ। ਸਤਿਗੁਰੂ ਕਹਿਣ ਲੱਗੇ ਮਿੱਤਰਾ ਉਸ ਪਰਮਾਤਮਾ ਦਾ ਭਜਨ ਕਿਉਂ ਨਹੀਂ ਕਰਦਾ। ਅਬ ਨਾ ਭਜਸ ਭਜਸ ਕਬ ਭਾਈ ਆਵੈ ਅੰਤ ਨਾ। ਭਜਿਆ ਜਾਈ ਭਜਿਆ ਜਾਈ, ਉਹਨੂੰ ਕਿਉਂ ਨਹੀਂ ਸਿਮਰਦਾ ਭਾਈ। ਮਿੱਤਰਾ ਉਹਦਾ ਭਜਨ ਕਿਉਂ ਨਹੀਂ ਕਰਦਾ ਹੈ। ਕਹੋ ਨਾਨਕ ਸੁਨ ਰੇ ਮਨਾ। ਐ ਮੇਰਿਆ ਮਨਾ ਸੁਣ ਬਚਨ ਧਿਆਨ ਦੇ ਨਾਲ। ਆਪਣੇ ਮਨ ਨੂੰ ਹੀ ਸਮਝਾਉਣਾ ਔਖਾ ਹੈ। ਦੁਨੀਆ ਨੂੰ ਸਮਝਾਉਣਾ ਤੇ ਸੌਖਾ ਹੀ ਹੈ, ਫਲਾਣਿਆ ਇਦਾਂ ਨਹੀਂ ਤੇ ਇਦਾਂ ਕਰ, ਪਰ ਆਪਣੇ ਆਪ ਨੂੰ ਸਮਝਾਉਣਾ ਬੜਾ ਔਖਾ। ਮਹਾਰਾਜ ਆਪਣੇ ਮਨ ਨੂੰ ਸਮਝਾਉਣ ਦਾ ਬਚਨ ਕਰਦੇ ਹਨ। ਔਦ ਘਟਤ ਹੈ ਨੀਤ। ਪਾਤਸ਼ਾਹ ਕਹਿਣ ਲੱਗੇ ਤੇਰੀ ਉਮਰਾ ਦਿਨੇ ਰਾਤ ਗੁਰਮੁਖਾ ਘਟਦੀ ਜਾਂਦੀ ਹੈ, ਮੁੱਕਦੀ ਜਾਂਦੀ ਹੈ। ਜਿਹੜੀ ਰਾਤ ਕੱਲ ਨਿਕਲ ਗਈ ਜ਼ਿੰਦਗੀ ਚੋਂ ਖਤਮ ਹੋ ਗਈ ਹੈ, ਜਿਹੜਾ ਦਿਨ ਅੱਜ ਨਿਕਲ ਗਿਆ ਉਹ ਵੀ ਘਟ ਗਿਆ। ਔਦ ਘਟੈ ਦਿਨ ਸਰੈ ਨਾਰੇ। ਇਹ ਬਚਨ ਮਹਾਰਾਜ ਜੀ ਦਾ। ਸਤਿਗੁਰੂ ਜੀ ਇਹ 10ਵਾਂ ਸ਼ਲੋਕ ਬਖਸ਼ਿਸ਼ ਕਰਦੇ ਪਏ। ਜੇ ਸਿਮਰਤ ਗਤ ਪਾਈ ਹੈ, ਪਰਮਾਤਮਾ ਨੂੰ ਸਿਮਰਦਿਆਂ ਯਾਦ ਕਰਦਿਆਂ, ਸਿਮਰਨ ਤੋਂ ਭਾਵ ਯਾਦ ਕਰਨਾ, ਯਾਦ ਕਰਕੇ ਮੋਕਸ਼ ਮਿਲਦਾ, ਗਤ ਮਿਲਦੀ ਹੈ, ਮੁਕਤੀ ਮਿਲਦੀ ਹੈ। ਤੇ ਇਹ ਭਜ ਰੇ ਤੈ ਮੀਤ। ਮਿੱਤਰਾ ਉਹਦਾ ਭਜਨ ਕਰ ਜਿੰਨਾ ਕਰ ਸਕਦਾ, ਉਹਨੂੰ ਸਿਮਰਿਆ ਕਰ, ਉਹਨੂੰ ਯਾਦ ਕਰਿਆ ਕਰ। ਜਦੋਂ ਯਾਦ ਕਰੇਗਾ ਕਹੋ ਨਾਨਕ ਸੁਣ ਰੇ ਮਨਾ, ਐ ਮੇਰਿਆ ਮਨਾ ਧਿਆਨ ਦੇ ਨਾਲ ਬਚਨ ਸੁਣ ਆਪਣੇ ਗੁਰੂ ਦਾ। ਪਾਤਸ਼ਾਹ ਕਹਿੰਦੇ ਔਦ ਘਟਤ ਹੈ ਨੀਤ। ਤੇਰਾ ਸਮਾਂ, ਤੇਰੀ ਉਮਰਾਂ ਰੋਜ਼ ਘਟਦੀ ਪਈ ਹੈ। 100 ਸਾਲ ਦੀ ਉਮਰਾਂ ਲਿਖਾ ਕੇ ਲਿਆਇਆ, ਅੱਜ 50 ਸਾਲਾਂ ਦਾ ਹੋ ਗਿਆ ਤੇ 50 ਘਟ ਗਈ ਹੈ। ਰੋਜ਼ ਉਮਰਾਂ ਘਟਦੀ ਪਈ ਹੈ। ਸਮਝ ਆਣਾ ਕਰ ਵੀ ਕਿੱਡਾ ਵੱਡਾ ਘਾਟਾ ਹੈ। ਪਾਂਚ ਤਤ ਕੋ ਤਨ ਰਚਿਓ। ਇਹ ਤੇਰਾ ਸਰੀਰ ਪ੍ਰਮਾਤਮਾ ਨੇ 5 ਤੱਤਾਂ ਦਾ ਬਣਾਇਆ। ਅੱਗ, ਹਵਾ, ਪਾਣੀ, ਧਰਤੀ ਤੇ ਆਕਾਸ਼, ਇਹ 5 ਤੱਤ ਨੇ। ਇਹਨਾਂ 5 ਤੱਤਾਂ ਨੂੰ ਇਕੱਠਾ ਕਰਕੇ ਪਰਮਾਤਮਾ ਨੇ ਤੇਰਾ ਸਰੀਰ ਬਣਾ ਦਿੱਤਾ ਹੈ। ਜਾਨੋ ਚਤੁਰ ਸੁਜਾਨ। ਐ ਸੁਜਾਨ ਸਿਆਣਿਆ ਤੇ ਚਤੁਰ ਨਾਮ ਹੈ ਚਲਾਕ ਦਾ। ਕਹਿਣ ਲੱਗੇ ਬੜਾ ਚਲਾਕ ਹੈ, ਪਰ ਬਚਨ ਸੁਣ। ਚਤੁਰ ਤੋਂ ਭਾਵ ਹੈ ਸੁਗੜ, ਸੁਜਾਨ ਤੋਂ ਭਾਵ ਹੈ ਸਿਆਣਾ। ਸੁਗੜ ਤੇ ਸਿਆਣਿਆ ਬਚਨ ਇਹ ਸੁਣ ਲਾ ਧਿਆਨ ਦੇ ਨਾਲ। ਪਰਮਾਤਮਾ ਨੇ ਤੇਰਾ ਸਰੀਰ 5 ਤੱਤਾਂ ਦਾ ਬਣਾਇਆ ਹੈ। ਜਿਹ ਤੇ ਉਪਜਿਓ ਨਾਨਕ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ। ਆਪਾਂ ਕਿੱਥੋਂ ਪੈਦਾ ਹੋਏ? ਸਾਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ, ਜਿਹਨੇ ਤੈਨੂੰ ਪੈਦਾ ਕਰਕੇ ਦੁਨੀਆ ਤੇ ਭੇਜਿਆ ਹੈ। ਲੀਨ ਤਾਹੇ ਮਹਿਮਾਨ। ਉਹਦਾ ਨਾਮ ਜਪ ਕੇ ਉਹਦੇ ਵਿੱਚ ਹੀ ਲੀਨ ਹੋ ਜਾਣਾ ਕਰ ਭਾਈ, ਉਹਦੇ ਵਿੱਚ ਹੀ ਸਮਾ ਜਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਕਹਿਣ ਲੱਗੇ ਜਿਹਨੇ ਪੈਦਾ ਕੀਤਾ ਉਹਦਾ ਨਾਮ ਜਪ ਕੇ ਉਹਦੇ ਵਿੱਚ ਹੀ ਲੀਨ ਹੋ ਜਾ। ਇਹੋ ਹੀ ਸਭ ਤੋਂ ਮਾਣ ਵਾਲਾ ਚੰਗਾ ਬਚਨ ਹੈ। ਮਹਾਰਾਜ ਜੀ ਇਹ 11ਵਾਂ ਸ਼ਲੋਕ ਸਾਨੂੰ ਬਖਸ਼ਿਸ਼ ਕਰਦੇ ਪਏ। 5 ਤੱਤ ਕੋ ਤਨ ਰਚਿਓ। 5 ਤੱਤਾਂ ਦਾ ਸਰੀਰ ਬਣਾਇਆ ਤੇਰਾ। ਅੱਗ, ਹਵਾ, ਪਾਣੀ, ਧਰਤੀ ਤੇ ਆਕਾਸ਼, ਇਹਨਾਂ ਨੂੰ ਇਕੱਠੇ ਕਰਕੇ ਸਰੀਰ ਬਣਾ ਦਿੱਤਾ। ਜਾਨੋ ਚਤੁਰ ਸੁਜਾਨ, ਸੁਗੜ ਤੇ ਸਿਆਣਿਆ ਇਹ ਬਚਨ ਜਾਣ। ਧਿਆਨ ਵਿੱਚ ਰੱਖ, ਇਸ ਬਚਨ ਦੀ ਕਮਾਈ ਵੀ ਕਰਨੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਜਿਹ ਤੇ ਉਪਜਿਆ ਨਾਨਕਾ, ਜਿਹਦੇ ਤੋਂ ਪੈਦਾ ਹੋਇਆ, ਜਿਹਨੇ ਤੈਨੂੰ ਪੈਦਾ ਕੀਤਾ, ਜਿਹਨੇ ਦੁਨੀਆ ਤੇ ਭੇਜਿਆ, ਉਹਦਾ ਨਾਮ ਜਪ। ਲੀਨ ਤਾਹੇ ਮੈਂ ਮਾਨ, ਉਹਦੇ ਵਿੱਚ ਹੀ ਲੀਨ ਹੋ ਜਾਏਗਾ। ਐਸਾ ਮਾਣ ਮਿਲੇਗਾ, ਐਸੀ ਵਡਿਆਈ ਮਿਲੇਗੀ, ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਘਟ ਘਟ ਮੈਂ ਹਰ ਜੂ ਵਸੈ। ਉਹ ਪਰਮਾਤਮਾ ਹਰੇਕ ਦਿਲ ਵਿੱਚ ਬੈਠਾ ਹੈ। ਕੋਈ ਇਹੋ ਜਿਹਾ ਦਿਲ ਨਹੀਂ ਜਿੱਥੇ ਉਹ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਨੇ ਬਚਨ ਆਖਿਆ, ਕਹਿਣ ਲੱਗੇ ਹਿਆਓ ਨਾ ਕੇਹੀ ਠਾਹੇ, ਮਾਨਕ ਸਭ ਅਮੋਲ ਵੇ। ਅਮੋਲ ਵੇ। ਕਦੇ ਕਿਸੇ ਦੇ ਮਨ ਦੇ ਉੱਪਰ ਚੋਟ ਨਾ ਕਰਿਆ ਕਰ ਬੰਦਿਆ, ਕਿਸੇ ਨੂੰ ਬੋਲੀ ਕਬੋਲੀ ਨਾ ਮਾਰਿਆ ਕਰ। ਕਿਉਂ ਨਾ ਮਾਰਿਆ ਕਰ? ਕਹਿੰਦੇ ਜੀ ਬੋਲੀ ਕਬੋਲੀ ਮਾਰਦਾ ਇਹ ਚੋਟ ਜਾ ਕੇ ਸਿੱਧੀ ਮਨ ਤੇ ਲੱਗਦੀ ਹੈ। ਜਦੋਂ ਮਨ ਤੇ ਚੋਟ ਲੱਗਦੀ ਹੈ
ਮਨ ਦੇ ਵਿੱਚ ਪਰਮਾਤਮਾ ਬੈਠਾ ਹੋਇਆ ਹੈ। ਇਕੱਲੀ ਮਨ ਨੂੰ ਚੋਟ ਨਹੀਂ ਲੱਗੀ ਹੈ, ਤੇਰੇ ਮਾੜੇ ਬਚਨ ਦੀ ਚੋਟ ਤੇ ਪਰਮਾਤਮਾ ਨੂੰ ਜਾ ਕੇ ਲੱਗੀ ਹੈ। ਕਿੱਡਾ ਵੱਡਾ ਇਹ ਮਾੜਾ ਕਰਮ ਹੈ। ਪਾਤਸ਼ਾਹ ਕਹਿਣ ਲੱਗੇ ਘਟ ਘਟ ਮੈਂ ਹਰ ਜੂ ਬਸੈ, ਹਰੇਕ ਘਟ ਹਿਰਦੇ ਵਿੱਚ ਪਰਮਾਤਮਾ ਬੈਠਾ ਹੈ। ਸੰਤਨ ਕਹਿਓ ਪੁਕਾਰ। ਇਹ ਬਚਨ ਨੂੰ ਸਾਧੂਆਂ ਨੇ, ਸੰਤਾਂ ਨੇ, ਗੁਰਮੁਖਾਂ ਨੇ ਪੁਕਾਰ ਪੁਕਾਰ ਕੇ, ਢੋਲ ਵਜਾ ਵਜਾ ਕੇ, ਉੱਚੀ ਆਵਾਜ਼ ਦੇ ਵਿੱਚ ਹੋਕਾ ਦੇ ਦੇ ਕੇ ਆਖਿਆ ਵੀ ਸਾਰਿਆਂ ਥਾਵਾਂ ਤੇ ਉਹ ਨਿਵਾਸ ਕਰਦਾ ਹੈ। ਕਹੋ ਨਾਨਕ ਤਹਿ ਭਜ ਮਨ। ਸਤਿਗੁਰੂ ਕਹਿੰਦੇ ਭਾਈ ਉਹਦਾ ਭਜਨ ਕਰ ਲੈ, ਉਹਨੂੰ ਯਾਦ ਕਰ ਲੈਣਾ ਕਰ। ਕਹੋ ਨਿਦ ਉਤਰ ਹੈ ਪਾਰ। ਇਸ ਤਰ੍ਹਾਂ ਨਾਲ ਤੂੰ ਸੰਸਾਰ ਤੋਂ ਪਾਰ ਹੋ ਜਾਏਗਾ। ਇਹ ਮਹਾਰਾਜ ਜੀਆਂ ਨੇ ਸਾਨੂੰ 12ਵਾਂ ਸ਼ਲੋਕ ਬਖਸ਼ਿਸ਼ ਕੀਤਾ ਬਾਣੀ ਦੇ ਅੰਦਰ। ਘਟ ਘਟ ਮੈਂ ਹਰ ਜੂ ਬਸੈ, ਹਰੇਕ ਦਿਲ ਦੇ ਵਿੱਚ ਉਹ ਪਰਮਾਤਮਾ ਬੈਠਾ, ਹਰੇਕ ਹਿਰਦੇ ਵਿੱਚ ਬੈਠਾ। ਸੰਤਨ ਕਹਿਓ ਪੁਕਾਰ, ਜਿਨ੍ਹਾਂ ਸਾਧੂਆਂ ਨੇ ਵੇਖ ਲਿਆ ਨਾ ਜਿਮੀ ਜਮਾਨ ਕਹਿ ਵੇਖਿਆ ਸਮਸਤ ਏਕ ਜੋਤ ਹੈ, ਉਹਨਾਂ ਸਾਧੂਆਂ ਨੇ ਆਖਿਆ ਵੀ ਭਾਈ ਅਸੀਂ ਵੇਖਿਆ ਵੀ ਉਹ ਹਰੇਕ ਥਾਂ ਤੇ ਹੈ, ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਵੀ ਜਿੱਥੇ ਨਹੀਂ ਹੈ। ਤੇ ਫਿਰ ਪਾਤਸ਼ਾਹ ਕਹਿਣ ਲੱਗੇ ਕਹੋ ਨਾਨਕ ਤੇ ਭਜ ਮਨਾ, ਉਹਦਾ ਭਜਨ ਕਰ। ਸਾਡਾ ਸਵਾਲ ਇਹ ਹੈ ਵੀ ਭਜਨ ਕਰਾਂਗੇ ਤੇ ਕੀ ਮਿਲਣਾ? ਮਹਾਰਾਜ ਕਹਿੰਦੇ ਭਉ ਨਿਧ ਉਤਰੈ ਪਾਰ, ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਰੱਬ ਦਾ ਨਾਮ ਜਪ ਕੇ ਵੀ ਸਾਡਾ ਹੀ ਫਾਇਦਾ ਹੈ, ਸਾਨੂੰ ਹੀ ਲਾਭ ਹੋਣਾ ਹੈ। ਜਪੇਗਾ ਤੇ ਸੰਸਾਰ ਤੋਂ ਪਾਰ ਹੋਵੇਗਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਵਿਚਾਰ ਕਰਦੇ ਹਾਂ, ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ। ਹੋਵੇ ਸਾਹਿਬ ਸੁਮੇਲੋ।